अनल अगम जैसे लहरमय ओदद, जल केवल जल माही। जब हम होते तब तू नाही, अब तू ही मैं नाही। अनल अगम जैसे लहरमय ओदद, जल केवल जल माही। माधवे क्या कहिए भ्रम ऐसा, जैसा मानिय होए न तैसा रहाओ। नरपत एक सिंहासन सोया, सुपने पया भिखारी। अछत राज बिचरत दुख पाया, सोगत भई हमारी। राज भयंग प्रसंग जैसे है, अब कछ मर्म जनाया। अनक कटक जैसे भूल परे, अब कहते कहन न आया। सर्बे एक अनेक स्वामी, सब घट भोगवै सोई। कह रविदास हाथ पै निरै, सहजे होए सोई। सर्बे एक अनेक स्वामी, सब घट भोगवै सोई। कह रविदास हाथ पै निरै, सहजे होए सोई। वाहिगुरु जी का खालसा, वाहिगुरु जी की फतेह। गुरु गरीब निवाज धन धन साहिब श्री गुरु ग्रंथ ਸਾਹਿਬ महाराज सच्चे पातशाह जी ਦੀ ਪਾਵਨ ਔਰ ਪਵਿੱਤਰ ਗੁਰਗੋਦ ਵਿੱਚ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਵਿਖੇ ਅੱਜ ਹਫ਼ਤਾਵਾਰੀ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਹਨ। ਸੋ ਜਿੱਥੇ ਅੱਜ ਅਸੀਂ ਗੁਰੂ ਕੇ ਬਾਗ ਦੇ ਮੋਰਚੇ ਦੇ ਉਸ ਮਹਾਨ ਸ਼ਹੀਦੀ ਸਮਾਗਮ ਨੂੰ ਮਨਾ ਰਹੇ ਹਾਂ, ਉੱਥੇ ਨਾਲ ਹੀ ਮੌਜੂਦਾ ਸਮੇਂ ਦੇ ਵਿੱਚ ਸ਼ਹੀਦ ਹੋਏ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੱਬਰ, ਤਿਨਾਂ ਦੀ ਯਾਦ ਵਿੱਚ ਵੀ ਅੱਜ ਆਪਾਂ ਗੁਰੂ ਚਰਨਾਂ ਦੇ ਵਿੱਚ ਸਜੇ ਹਾਂ। ਗੁਰਬਾਣੀ ਦੇ ਵਿੱਚ ਜਿਹੜਾ ਸ਼ਹੀਦ ਲਫ਼ਜ਼ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 2 ਦਫਾ ਆਇਆ ਹੈ ਤੇ 1 ਦਫਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸਾਬਰ ਸਿਦਕ ਸ਼ਹੀਦ, ਭਰਮ ਭਉ ਖੋਵਣਾ। ਸ਼ਹੀਦ ਦੇ ਅਰਥ ਹੁੰਦੇ ਨੇ ਕਿਸੇ ਉੱਚੇ ਸੁੱਚੇ ਆਦਰਸ਼ ਦੇ ਲਈ ਆਪਣਾ ਆਪ ਕੁਰਬਾਨ ਕਰ ਦੇਣਾ, ਆਪਣਾ ਆਪ ਮਿਟ ਜਾਣਾ, ਆਪਣਾ ਆਪ ਮਿਟਾ ਦੇਣਾ ਤੇ ਬਹੁਤ ਕੁਝ ਬਚਾ ਲੈਣਾ, ਉਹਨੂੰ ਕਹਿੰਦੇ ਨੇ ਸ਼ਹੀਦ। ਤੇ ਇਸੇ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਕੀਤਾ ਹੈ। ਭਗਤ ਰਵਿਦਾਸ ਸਾਹਿਬ ਜੀ ਨੇ ਤੇ ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ, ਜਾ ਕੇ ਕੁੱਲ ਬਕਰੀਦ ਗਊ ਕਰ ਮਾਨੀਐ ਰੇ, ਤਾਂ ਕਿ ਸੇਖ ਸ਼ਹੀਦ ਪੀਰਾ। ਸਹੀ ਮਾਇਨਿਆਂ ਦੇ ਵਿੱਚ ਸ਼ਹੀਦ ਉਹ ਹੈ ਜਿਹੜਾ ਆਪਣੇ ਗੁਰੂ ਦੇ ਪ੍ਰਤੀ ਆਪਣੇ ਫਰਜ਼ ਨੂੰ ਨਿਭਾਉਂਦਾ ਹੈ। ਉਹ ਗੱਲ ਵੱਖਰੀ ਹੈ ਕਿ ਸ਼ਹੀਦਾਂ ਨੂੰ ਅਸੀਂ ਵੱਖੋ ਵੱਖਰੇ ਰੂਪ ਦੇ ਵਿੱਚ ਲੈ ਲਿਆ ਹੈ। ਕੋਈ ਇੱਟਾਂ ਨੂੰ, ਕੋਈ ਪੱਥਰਾਂ ਨੂੰ, ਕੋਈ ਸਾਡੀ ਨਲਾਇਕੀ ਦੇ ਕਾਰਨ ਜਿਨ੍ਹਾਂ ਜਗ੍ਹਾਵਾਂ ਨੂੰ ਕੋਈ ਪੁੱਛਦਾ ਨਹੀਂ ਸੀ, ਉਹਨਾਂ ਜਗ੍ਹਾਵਾਂ ਦੀ ਪੂਜਾ ਸਾਡੀ ਨਲਾਇਕੀ ਕਰਕੇ ਹੋਣੀ ਸ਼ੁਰੂ ਹੋ ਗਈ ਤੇ ਉੱਥੇ ਮੇਲੇ ਲੱਗਣੇ ਸ਼ੁਰੂ ਹੋ ਗਏ। ਸਾਡੀ ਨਲਾਇਕੀ ਦੇ ਕਾਰਨ ਜਿਨ੍ਹਾਂ ਰੁੱਖਾਂ ਨੂੰ, ਜਿਨ੍ਹਾਂ ਦਰਖਤਾਂ ਨੂੰ, ਜਿਨ੍ਹਾਂ ਦੇ ਕੰਡਿਆਂ ਤੋਂ ਵੀ ਲੋਕ ਡਰਦੇ ਸਨ, ਪਰ ਸਾਡੀ ਨਲਾਇਕੀ ਦੇ ਕਾਰਨ ਅੱਜ ਉਹ ਦਰਖਤ, ਅੱਜ ਉਹ ਪੱਥਰ, ਅੱਜ ਉਹ ਇੱਟਾਂ ਪੂਜਣਯੋਗ ਹੋ ਗਈਆਂ ਨੇ। ਲੋਕ ਅੰਮ੍ਰਿਤਸਰ ਵਰਗੀ ਮਹਾਨ ਨਗਰੀ ਨੂੰ ਛੱਡ ਕੇ, ਲੋਕ ਸ਼ਹੀਦਾਂ ਦੇ ਅਸਥਾਨਾਂ ਨੂੰ ਛੱਡ ਕੇ, ਪਿੰਡ ਦੇ ਵਿੱਚੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਬਾਣੀ ਨੂੰ ਇੱਕ ਬੰਨੇ ਛੱਡ ਕੇ ਲੋਕ ਬਾਹਰ ਮਟੀਆਂ ਦੇ ਵਿੱਚ ਜਾ ਕੇ ਮੱਥਾ ਤੱਕ ਟੇਕਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਜਿੱਥੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ, ਜਾਗੋ ਹਰ ਰੰਗ ਲਾਗੋ
इस युग में इत्थे रंग दे अर्थ कोई कलर आदਿਕ पेंट नहीं, इत्थे रंग दे अर्थ ने प्रेम। जिन्हां नूं गुरु दा प्रेम लग जांदा है। प्रेम तो मुराद जिहड़े गुरबाणी नूं समझण दे वास्ते हमेशा उत्साहत रहिंदे ने। प्रेम दे अर्थ ने जिहड़े गुरबाणी नूं जीवन दे विच लागू करना चाहुंदे ने, ਉਹਨੂੰ ਕਹਿੰਦੇ ਨੇ प्रेम। सब तो ਵੱਡਾ सूरमा ਉਹੀ है। जाको हर रंग लागो इस युग में। युग दे अर्थ कोई विशेष युग नहीं, ਜਾਂ कोई सतयुग ਜਾਂ कलयुग। सही मैनिਆਂ ਦੇ ਵਿੱਚ जिस ਸਮੇਂ ਦੇ ਵਿੱਚ ਬੰਦਾ ਜਿਉ ਰਿਹਾ है, बस उस ਸਮੇਂ ਦੇ ਵਿੱਚ ਬੰਦੇ ਦੀ ਬਿਰਤੀ ਦੇ ਉੱਪਰ ਉਹ ਯੁੱਗ ਨਿਰਭਰ ਕਰਦਾ ਹੈ। ਹੁਣ ਇੱਕੋ ਸਮੇਂ ਦੇ ਵਿੱਚ ਆਪਾਂ ਜੀ ਰਹੇ ਹਾਂ, ਆਪਾਂ ਕਹਿੰਦੇ ਵੀ ਇਹ ਕਲਯੁਗ ਹੈ, ਪਰ ਇਸੇ ਸਮੇਂ ਦੇ ਵਿੱਚ ਦੂਜਾ ਬੰਦਾ ਜਿਉ ਰਿਹਾ ਹੈ, ਉਹ ਪਰਉਪਕਾਰ ਕਰ ਰਿਹਾ ਹੈ, ਉਹ ਭਲਾ ਕਰਦਾ ਹੈ, ਹਰ ਇੱਕ ਦੀ ਹਮਾਇਤ ਦੇ ਵਿੱਚ ਉਹ ਖਲੋ ਜਾਂਦਾ ਹੈ। ਫਿਰ ਕੀ ਉਹ ਕਲਯੁਗ ਵਿੱਚ ਜੀ ਰਿਹਾ? ਨਹੀਂ, ਉਹ ਸਤਯੁਗ ਵਿੱਚ ਜੀ ਰਿਹਾ ਹੈ। ਕਿਉਂਕਿ ਗੁਰੂ ਸਾਹਿਬਾਨਾਂ ਨੇ ਵਿਸ਼ੇਸ਼ ਤੌਰ 'ਤੇ ਕਿਸੇ ਵੀ ਯੁੱਗ ਨੂੰ ਕੋਈ ਮਹਾਨ ਵਿਸ਼ੇਸ਼ਤਾ ਹੀ ਨਹੀਂ ਦਿੱਤੀ। ਮੇਰੇ ਸਤਿਗੁਰੂ ਜੀ ਕਹਿੰਦੇ ਜਿਸ ਸਮੇਂ ਵਿੱਚ ਤੁਸੀਂ ਜੀ ਰਹੇ ਹੋ, ਜਿੱਦਾਂ ਦੇ ਤੁਹਾਡੇ ਖਿਆਲ ਨੇ, ਜਿੱਦਾਂ ਦੀ ਤੁਹਾਡੀ ਬਿਰਤੀ ਹੈ, ਤੁਹਾਡੀ ਬਿਰਤੀ ਦੇ ਉੱਪਰ ਯੁੱਗ ਨਿਰਭਰ ਕਰਦਾ ਹੈ। ਖੈਰ ਮੇਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਸੂਰਾ ਤੋਂ ਭਾਵ ਹੈ ਸੂਰਮਾ। ਇੱਕ ਤੇ ਉਹ ਸੂਰਮਾ ਜਿਹੜਾ ਰਣ ਤੱਤੇ ਮੈਦਾਨੇ ਜੰਗ ਵਿੱਚ ਜੂਝਦਿਆਂ ਆਪਣੀ ਕੌਮ ਲਈ, ਆਪਣੇ ਪੰਥ ਲਈ, ਆਪਣੇ ਫਰਜ਼ਾਂ ਦੇ ਲਈ ਜਿਹੜਾ ਸ਼ਹੀਦ ਹੁੰਦਾ ਹੈ, ਉਹਨੂੰ ਵੀ ਸੂਰਮਾ ਆਖਿਆ ਜਾਂਦਾ ਹੈ। ਪਰ ਜਿਹੜਾ ਇਸ ਸਮੇਂ ਦੇ ਵਿੱਚ ਵਿਚਰਦੇ ਆ, ਜਿਹੜਾ ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਜਾਂਦਾ ਹੈ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੋ ਪ੍ਰਕਾਰ ਦੇ ਸੂਰਮੇ ਹੁੰਦੇ ਨੇ। ਇੱਕ ਸਰੀਰਕ ਤੌਰ ਤੇ ਇੱਕ ਅੰਦਰੂਨੀ ਤੌਰ ਤੇ, ਭਾਵ ਜਿਹਨਾਂ ਜਿਹੜੇ ਅੰਦਰੋਂ ਗੁਰੂ ਨਾਲ ਜੁੜ ਜਾਂਦੇ ਨੇ, ਉਹ ਫਿਰ ਬਾਹਰਲੀ ਤੌਰ ਤੇ ਵੀ ਸ਼ਹਾਦਤ ਦੇਣ ਵਾਸਤੇ ਉਹ ਤਿਆਰ ਰਹਿੰਦੇ ਨੇ। ਤੋਂ ਭਗਤ ਰਵਿਦਾਸ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਜੋ ਭਾਈ ਸਾਹਿਬ ਜੀ ਨੇ ਪਿਛਲੇ ਦਿਨੀ ਬੇਨਤੀ ਸੰਗਤ ਨੂੰ ਕੀਤੀ ਸੀ, ਸੋ ਆਓ ਉਸੇ ਸ਼ਬਦ ਦਾ ਆਧਾਰ ਬਣਾ ਕੇ ਸਮੇਂ ਦੇ ਦਾਇਰੇ ਵਿੱਚ ਰਹਿੰਦਿਆਂ ਬੇਨਤੀ ਕਰੀਏ। ਭਗਤ ਰਵਿਦਾਸ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਸਾਰੀ ਸੰਗਤ ਪਿਆਰ ਅਦਬ ਸਤਿਕਾਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਸੋਰਠ ਰਾਗ ਦੇ ਵਿੱਚ, ਸੋਰਠ ਰਾਗ ਤੋਂ ਬਾਅਦ ਫਿਰ ਵਾਰ ਆਈ, ਵਾਰ ਤੋਂ ਬਾਅਦ ਫਿਰ ਭਗਤਾਂ ਦੀ ਬਾਣੀ ਸ਼ੁਰੂ ਹੋ ਗਈ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਮਾਲਕ ਵਾਹਿਗੁਰੂ ਇੱਕ ਹੈ, ਉਹਦੀ ਕਿਰਪਾ ਦੇ ਦੁਆਰਾ ਹੀ ਉਹ ਮਿਲਦਾ ਹੈ। ਤੋ ਰਹਾਉ ਦੀਆਂ ਪੰਕਤੀਆਂ ਹਨ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਇ ਨ ਤੈਸਾ। ਇੱਥੇ ਮਾਧਵੇ ਦੇ ਅਰਥ ਨੇ ਮਾਇਆ ਦਾ ਪਤੀ। ਪਰ ਹੁਣ ਮਾਇਆ ਦਾ ਪਤੀ ਸਨਾਤਨ ਮਤ ਵਿੱਚ ਕਿਹਨੂੰ ਮੰਨਿਆ ਜਾਂਦਾ ਹੈ? ਕੋਈ ਵਿਸ਼ਨੂੰ ਨੂੰ ਮੰਨਦਾ ਹੈ ਮਾਇਆ ਦਾ ਪਤੀ, ਕੋਈ ਕਿਸੇ ਨੂੰ। ਜਿਸ ਤਰ੍ਹਾਂ ਚੱਲ ਰਹੇ ਵਰਤਮਾਨ ਸਮੇਂ ਦੇ ਵਿੱਚ ਆਪਾਂ ਸੋਸ਼ਲ ਮੀਡੀਏ ਤੇ ਇਹ ਸੁਣੀ ਰਹੇ ਹਾਂ ਕਿ ਇਹ ਜਿਹੜੇ ਸਿੱਖ ਨੇ, ਮੈਂ ਕਹਿੰਦਾ ਵੀ ਇਕਬਾਲ ਸਿਉਂ ਜੋ ਪਟਨੇ ਸਾਹਿਬ ਵਾਲੇ ਗਿਆਨੀ ਜੇ ਹਨ, ਸਾਡੇ ਪਿਤਾ ਸਮਾਨ ਮੈਂ ਕਹਿ ਦਿਆਂ, ਮੇਰੇ ਖਿਆਲ 'ਚ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਹੈ। ਕਿਉਂ? ਕਿਉਂਕਿ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਵੀ ਜੋ ਸਿੱਖੋ ਤੁਹਾਡੇ ਗ੍ਰੰਥਾਂ ਵਿੱਚ ਲਿਖਿਆ ਹੈ ਉਹ ਮੈਂ ਤੁਹਾਨੂੰ ਸੁਣਾ ਦਿੱਤਾ ਹੈ, ਇਸ ਲਈ ਵੀ ਮੇਰਾ ਕੋਈ ਕਸੂਰ ਨਹੀਂ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ, ਇੱਥੇ ਜਿਹੜੇ ਬਚਨ ਆਏ ਨੇ, ਮਾਧਵੇ ਕਿਆ ਕਹੀਐ ਭ੍ਰਮ ਐਸਾ, ਭਾਵ ਮਾਧਵੇ ਮਾਇਆ ਦਾ ਪਤੀ। ਹੈ ਹਰੀ, ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਕਿਉਂਕਿ ਭਰਮ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਬੰਦਾ ਜੇ ਪੈ ਜੇ, ਭਰਮ ਕਹਿ ਲਓ, ਭੁਲੇਖਾ ਕਹਿ ਲਓ, ਜੇ ਬੰਦੇ ਨੂੰ ਕੋਈ ਭੁਲੇਖਾ ਲੱਗ ਜੇ, ਜੇ ਕੋਈ ਉਹਨੂੰ ਭਰਮ ਪੈ ਜੇ ਨਾ, ਤਾਂ ਉਸ ਬੰਦੇ ਦਾ ਵਿਸ਼ਵਾਸ ਹੈ ਜਿਹੜਾ ਉਸ ਬੰਦੇ ਨੂੰ ਸਪਸ਼ਟ ਕਰਨਾ ਕਹਿੰਦੇ ਬਹੁਤ ਮੁਸ਼ਕਲ ਕੰਮ ਹੈ। ਤੋ ਭਗਤ ਜੀ ਇੱਥੇ ਜ਼ਿਕਰ ਕਰਦੇ ਨੇ ਮਾਧਵੇ। ਜੇ ਇੱਥੇ ਗੁਰਬਾਣੀ ਨੂੰ ਪੜ੍ਹੀਏ ਨਾ, ਭਗਤ ਜੀ ਨੇ ਇੱਥੇ ਮਾਧਵੇ ਆਖਿਆ ਪਰਮਾਤਮਾ ਨੂੰ, ਮਾਇਆ ਦਾ ਪਤੀ। ਮਾਇਆ ਕੋਈ ਡਾਲਰ ਪੌਂਡ ਪੈਸੇ ਨਹੀਂ, ਮਾਇਆ ਦੇ ਅਰਥ ਨੇ ਸੰਸਾਰ ਦੀ ਉਤਪਤੀ ਪਾਲਣਾ ਕਰਨ ਵਾਲਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ। ਇਹ ਪਰਮਾਤਮਾ ਜੀ ਮਾਧਵੇ ਕਿਆ ਕਹੀਏ ਭ੍ਰਮ ਐਸਾ। ਕਹਿੰਦੇ ਮੈਂ ਕੀ ਬਿਆਨ ਕਰਾਂ, ਮੈਨੂੰ ਤਾਂ ਭਰਮ ਦੇ ਅਰਥ ਨੇ ਭੁਲੇਖਾ।
ਜੈਸਾ ਮਾਨੀਐ ਹੋਏ ਨਾ ਤੈਸਾ। ਜਿੱਦਾਂ ਦਾ ਅਸਲ ਵਿੱਚ ਮੈਂ ਤੁਹਾਨੂੰ ਮੰਨਦਾ ਹਾਂ ਕਿ ਰੱਬ ਇਦਾਂ ਦਾ ਹੈ, ਰੱਬ ਇਸ ਤਰ੍ਹਾਂ ਦਾ ਹੈ, ਦਰਅਸਲ ਕਹਿੰਦੇ ਰੱਬ ਉਦਾਂ ਦਾ ਹੈ ਕੋਈ ਨਹੀਂ। ਪਰ ਰੱਬ ਹੈ ਕਿੱਦਾਂ ਦਾ? ਵੇਖੋ ਜੇ ਬਾਣੀ ਨੂੰ ਪੜਾਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਜ਼ਿਕਰ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਅਸੀਂ ਰੂਪ ਹਾਂ। ਜੋ ਦਿਸੈ ਸੋ ਤੇਰਾ ਰੂਪ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਕਿਉਂਕਿ ਜਿਹੜੇ ਧਾਰਮਿਕ ਸਥਾਨ ਨੇ, ਵੇਖੋ ਸਿੱਖਾਂ ਨੇ ਗੁਰਦੁਆਰਿਆਂ ਦੇ ਲਈ, ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੇ ਲਈ ਇੱਕ ਨਹੀਂ ਅਨੇਕਾਂ ਹੀ ਸ਼ਹਾਦਤਾਂ ਦਿੱਤੀਆਂ ਹਨ। ਕਿਉਂਕਿ ਜਿਹੜੇ ਗੁਰਦੁਆਰੇ ਨੇ ਇਤਿਹਾਸਕ ਜਿਹੜੇ ਅਸਥਾਨ ਨੇ, ਮੈਂ ਕਹਿੰਦਾ ਇਤਿਹਾਸਕ ਗੁਰਦੁਆਰੇ ਦੇ ਹੁੰਦਿਆਂ ਸਾਡੇ ਲੋਕਾਂ ਨੂੰ ਇੱਕ ਵੱਖਰਾ ਡੇਰਾ ਬਣਾ ਕੇ ਉੱਥੇ ਪੂਜਾ ਕਰਨ ਦੀ ਕੀ ਲੋੜ ਸੀ? ਤੇ ਲੋੜ ਹੀ ਨਹੀਂ ਸੀ, ਕਿਉਂਕਿ ਸਾਡੇ ਕੋਲ ਤਾਂ ਇਤਿਹਾਸਕ ਗੁਰਦੁਆਰੇ ਇੰਨੇ ਕੁ ਹਨ। ਜੇ ਰੋਜ਼ ਵੀ ਬੰਦਾ ਕਹਿੰਦੇ ਗੁਰਦੁਆਰੇ ਜਾਈ ਜਾਵੇ ਤਾਂ ਮੇਰੇ ਖਿਆਲ 'ਚ ਫਿਰ ਵੀ ਗਿਣਤੀ ਨਹੀਂ ਆ ਸਕਦੀ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ ਕਿ ਜਿਹੜੇ ਧਾਰਮਿਕ ਅਸਥਾਨ ਨੇ, ਇਹਨਾਂ ਧਾਰਮਿਕ ਸਥਾਨਾਂ ਦੇ ਵਾਸਤੇ ਬੇਅੰਤ ਮਹਾਨ ਕੁਰਬਾਨੀਆਂ ਸ਼ਹਾਦਤਾਂ ਦਿੱਤੀਆਂ। ਪਰ ਜਿੰਨਾ ਚਿਰ ਅੰਦਰ ਮੈਂ ਹੈ, ਮੈਂ ਸ਼ਬਦ ਨੂੰ ਨਾਲੋਂ ਨਾਲ ਲੈ ਕੇ ਚੱਲਾਂ। ਭਗਤ ਜੀ ਕਹਿੰਦੇ ਮਾਧਵੀ ਕਿਆ ਕਹੀਐ ਭ੍ਰਮ ਐਸਾ। ਇਹ ਰਹਾਉ ਦੀਆਂ ਪੰਕਤੀਆਂ ਨੇ, ਕਿਉਂਕਿ ਜਿਹੜੇ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੈ ਰਹਾਉ ਦੇ ਅਰਥ ਹੁੰਦੇ ਨੇ ਸ਼ਬਦ ਦਾ ਕੇਂਦਰੀ ਭਾਵ, ਵੀ ਉਹ ਸਾਰੇ ਸ਼ਬਦ ਦੀ ਵਿਆਖਿਆ ਸਾਰੰਸ਼। ਜਿੱਦਾਂ ਸੁਖਮਨੀ ਸਾਹਿਬ ਤੁਸੀਂ ਪੜ੍ਹਦੇ ਹੋ ਨਾ, ਸੁਖਮਨੀ ਸਾਹਿਬ ਜੀ ਦੀ ਆਰੰਭ ਦੇ ਵਿੱਚ ਹੀ ਰਹਾਉ ਸ਼ਬਦ ਆਉਂਦਾ ਤੇ ਉਸੇ ਰਹਾਉ ਦੇ ਵਿੱਚ ਹੀ ਸਾਰੀ ਸੁਖਮਨੀ ਸਾਹਿਬ ਦੀ ਵਿਆਖਿਆ ਲਗਭਗ ਉਹਦੇ ਆਲੇ ਦੁਆਲੇ ਘੁੰਮਦੀ ਹੈ ਸਿਮਰਨ ਦੇ ਬਾਰੇ। ਇੱਥੇ ਜਿਹੜੀ ਬੇਨਤੀ ਮੈਂ ਕਰ ਰਿਹਾ ਸੀ, ਮੇਰੇ ਸਤਿਗੁਰੂ ਜੀ ਕਹਿੰਦੇ ਮਾਧਵੇ ਕਿਆ ਕਹੀਐ, ਮੈਂ ਕੀ ਬਿਆਨ ਕਰਾਂ, ਕਿਆ ਕਹੀਐ ਭ੍ਰਮ ਐਸਾ। ਕਹਿੰਦੇ ਭਰਮ ਦੇ ਅਰਥ ਨੇ ਭੁਲੇਖਾ ਹੀ ਐਸਾ ਲੱਗ ਗਿਆ। ਜੈਸਾ ਮਾਨੀਐ, ਰੱਬ ਨੂੰ ਜਿੱਦਾਂ ਦਾ ਅਸੀਂ ਮੰਨ ਰਹੇ ਹਾਂ ਰੱਬ ਉਦਾਂ ਦਾ ਹੈ ਥੋੜੀ। ਅਵਲ ਅੱਲਾ ਨੂਰ ਉਪਾਇਆ, ਨੂਰ ਦੇ ਅਰਥ ਨੇ ਪ੍ਰਕਾਸ਼। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਕਿਉਂਕਿ ਇੱਕ ਦੂਜੇ ਦੇ ਵਿੱਚੋਂ ਹੀ ਆਪਾਂ ਰੱਬ ਨੂੰ ਵੇਖ ਸਕਦੇ ਹਾਂ। ਜਿਹੜਾ ਧਾਰਮਿਕ ਸਥਾਨ, ਜਿਹੜਾ ਗੁਰਦੁਆਰਾ ਸਾਹਿਬ ਹੈ ਨਾ ਕੋਈ, ਇੱਥੋਂ ਰੱਬ ਦੇ ਦਰ ਦੀ ਇੰਜ ਕਹਿ ਲਓ ਜ਼ਿੰਦਗੀ ਜਿਉਣ ਦਾ ਇੱਕ ਤਰੀਕਾ ਸਾਨੂੰ ਗੁਰਬਾਣੀ ਦੱਸ ਰਹੀ ਹੈ। ਇੱਥੋਂ ਆਪਾਂ ਸਿੱਖਣਾ ਹੈ ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸੰਦੇਸ਼, ਕੀ ਸਾਨੂੰ ਮੈਸੇਜ ਦੇ ਰਹੇ ਨੇ। ਆਪਾਂ ਪੰਜਾਬ ਤੋਂ ਹੀ ਆਏ ਹਾਂ, ਉੱਥੇ ਨੌਜਵਾਨਾਂ ਨੇ ਗੱਡੀਆਂ ਤੇ ਮੋਟਰਸਾਈਕਲਾਂ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਗੋਰੇ ਖੰਗੇ ਸੀ ਤੇ ਤਾਂ ਹੀ ਟੰਗੇ ਸੀ। ਤੇ ਮੈਂ ਇੱਕ ਦਿਨ ਸੋਚ ਰਿਹਾ ਸਾਂ ਕਿਤੇ ਫਿਰ ਟੰਗਿਆ ਹੋਇਆਂ ਦੇ ਕੋਲੇ ਇੱਥੇ ਕਾਹਦੇ ਲਈ ਆਏ ਹਾਂ? ਉੱਥੇ ਆਪਾਂ ਕਹਿੰਦੇ ਟੰਗੇ ਸੀ, ਜੇ ਟੰਗੇ ਸੀ ਤੇ ਫਿਰ ਟੰਗਿਆਂ ਕੋਲ ਕਾਹਦੇ ਲਈ ਲੈਣ ਆਏ ਆ? ਇਸ ਵਾਸਤੇ ਚਲੋ ਅਸੀਂ ਉੱਥੇ ਟੰਗੇ ਸੀ, ਫਿਰ ਇੱਥੇ ਇਹ ਸਾਨੂੰ ਮਰਤੇ ਦਮ ਤੱਕ ਇਹ ਵੀ ਟੰਗ ਕੇ ਰੱਖਦੇ ਨੇ। ਕਿਉਂਕਿ ਜਿਹੜਾ ਇਤਿਹਾਸ ਵਿੱਚ ਮੈਂ ਜ਼ਿਕਰ ਕਰਾਂਗਾ ਤਾਂ ਬੇਨਤੀ ਕਰ ਰਿਹਾ, ਕਿਉਂਕਿ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਮਾਧਵੀ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਜਿੱਦਾਂ ਦਾ ਮੈਂ ਰੱਬ ਨੂੰ ਮੰਨਦਾ ਰੱਬ ਉਦਾਂ ਦਾ ਹੈ ਨਹੀਂ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਬ ਹਮ, ਜਿੰਨਾ ਚਿਰ ਸਾਡੇ ਅੰਦਰ ਹਮ ਦੇ ਅਰਥ, ਹਮ ਦੇ ਦੋਵੇਂ ਅਰਥ ਨੇ। ਹਮ ਦੇ ਅਰਥ ਮੈਂ ਤੇ ਮੈਂ ਦੇ ਅਰਥ ਨੇ ਹਉਮੈ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਸਾਡੇ ਜੀਵਾਂ ਦੇ ਵਿੱਚ ਹਉਮੈ ਹੈ, ਹੰਕਾਰ ਹੈ। ਭਗਤ ਕਬੀਰ ਸਾਹਿਬ ਨੇ ਬੜਾ ਪਿਆਰਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਮੈਂ ਕਰਦਾ ਸੀ ਉਹਨਾਂ ਚਿਰ ਤੂੰ ਪ੍ਰਗਟ ਨਹੀਂ ਸੀ ਹੋਇਆ। ਪਰ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੂਆ। ਕਹਿੰਦੇ ਮੈਂ ਤੂੰ ਤੂੰ ਕਰਦਾ ਤੇਰਾ ਹੀ ਰੂਪ ਹੋ ਗਿਆ। ਪਰ ਕਹਿੰਦੇ ਜਿੰਨਾ ਚਿਰ ਮੇਰੇ ਵਿੱਚ ਮੈਂ ਸੀ, ਹੰਕਾਰ ਸੀ ਨਾ, ਉਹਨਾਂ ਚਿਰ ਮੈਂ ਤੇਰਾ ਰੂਪ ਨਾ ਹੋ ਸਕਿਆ। ਪਰ ਕਹਿੰਦੇ ਜਦੋਂ ਮੈਂ ਤੂੰ ਵੇਖੋ ਗੁਰਦੁਆਰੇ ਆਉਣ ਦਾ ਮਤਲਬ ਇਹ ਹੈ, ਗੁਰੂ ਘਰ ਆਉਣ ਦਾ, ਕਿ ਇੱਥੇ ਮੈਂ ਖਤਮ ਕਰਨੀ ਹੈ ਤੇ ਤੂੰ ਨੂੰ ਪ੍ਰਗਟ ਕਰਨਾ ਹੈ। ਮੈਂ ਨੂੰ ਖਤਮ ਕਰਨਾ ਹੈ ਤੇ ਤੂੰ ਨੂੰ ਪ੍ਰਗਟ ਕਰਨਾ ਹੈ। ਭਗਤ ਜੀ ਕਹਿੰਦੇ ਜਪ ਹਮ ਹੋਤੇ ਤਬ ਤੂੰ ਨਾਹੀ। ਲੰਘ ਚੁੱਕੇ ਸਮੇਂ ਵਿੱਚ ਮੈਂ ਵਿਦਵਾਨਾਂ ਤੋਂ ਪੜ੍ਹਿਆ ਤੇ ਸੁਣਦਾ ਰਿਹਾ ਕਿ ਸਿੱਖ ਦੇ ਉੱਪਰ ਸਰਕਾਰਾਂ ਇੰਨਾ ਕੁ ਵਿਸ਼ਵਾਸ ਕਰਦੀਆਂ ਸਨ, ਜੇ ਸਿੱਖ ਕਿਸੇ ਦੀ
ਗਵਾਹੀ ਦੇ ਦਿੰਦਾ ਸੀ ਨਾ ਵੀ ਇਸ ਬੰਦੇ ਨੇ ਕੋਈ ਗਲਤ ਕੰਮ ਨਹੀਂ ਕੀਤਾ, ਕਹਿੰਦੇ ਉਹਦੇ ਤੋਂ ਕਿਸੇ ਵੀ ਧਾਰਮਿਕ ਗ੍ਰੰਥ ਦੇ ਉੱਪਰ ਹੱਥ ਨਹੀਂ ਸੀ ਰਖਾਇਆ ਜਾਂਦਾ। ਸਿੱਖ ਦੀ ਰੂਪ ਰੇਖਾ ਇਸ ਢੰਗ ਦੀ ਸੀ। ਕਹਿੰਦੇ ਜਦੋਂ ਕੋਈ ਹਿੰਦੂ ਗਵਾਹੀ ਦਿੰਦਾ ਉਹਦੇ ਤੋਂ ਗੀਤਾ ਦੇ ਉੱਪਰ ਹੱਥ ਰਖਾਇਆ ਜਾਂਦਾ ਸੀ, ਪਰ ਹੁਣ ਜਿਵੇਂ ਹਿੰਦੂ ਤੋਂ ਅਦਾਲਤ ਵਿੱਚ ਗੀਤਾ ਤੇ ਹੱਥ ਰਖਾਇਆ ਜਾਂਦਾ ਹੈ, ਲਿਖਣ ਵਾਲੇ ਲਿਖਦੇ ਨੇ ਸਿੱਖ ਤੋਂ ਵੀ ਮੇਰੇ ਖਿਆਲ 'ਚ ਉਦਾਂ ਹੀ ਕਰਵਾਇਆ ਜਾਂਦਾ ਹੋਵੇਗਾ। ਕਿਤੇ ਸਮਾਂ ਸੀ ਕਿ ਸਿੱਖ ਕਹਿ ਦਿੰਦਾ ਵੀ ਇਸ ਬੰਦੇ ਨੂੰ ਛੱਡ ਦਿਓ, ਇਹਦਾ ਕੋਈ ਕਸੂਰ ਨਹੀਂ, ਤੇ ਦੂਜੀ ਗੱਲ ਨਹੀਂ ਸੀ ਕੀਤੀ ਜਾਂਦੀ। ਉਹਦਾ ਕਾਰਨ ਕੀ ਸੀ? ਜਾਪਹਾ ਮਹੋਤੇ। ਵੇਖੋ ਕਈ ਦਫਾ ਜਿੱਦਾਂ ਦਾ ਮਾਹੌਲ ਚੱਲਦਾ ਹੁੰਦਾ ਹੈ ਨਾ, ਤੇ ਜਦੋਂ ਗੁਰੂ ਦੀ ਗੱਲ, ਗੁਰਮਤਿ ਦੀ, ਇਤਿਹਾਸ ਦੀ ਗੱਲ ਚੱਲਦੀ ਹੋਵੇ ਤੇ ਕਈ ਦਫਾ ਬੰਦਾ ਉਸ ਗੱਲ ਨੂੰ ਆਪਣੇ ਅਨੁਕੂਲ ਹੀ ਢਾਲ ਲੈਂਦਾ। ਇਸ ਗੱਲ ਤੋਂ ਤੁਸੀਂ ਸੰਕੋਚ ਕਰਿਓ। ਭਗਤ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿੰਨਾ ਚਿਰ ਸਾਡੇ ਜੀਵਾਂ ਵਿੱਚ ਮੈਂ ਹੈ, ਹਉਮੈ ਹੈ, ਹੰਕਾਰ ਹੈ, ਉਹਨਾਂ ਚਿਰ ਰੱਬ ਜੀ ਤੁਸੀਂ ਪ੍ਰਗਟ ਨਹੀਂ ਹੋਏ। ਕਿਉਂ ਨਹੀਂ ਹੋਏ? ਕਿਉਂਕਿ ਮਾਧਵੇ ਕਿਆ ਕਹੀਏ ਭ੍ਰਮ ਐਸਾ। ਇਹਨਾਂ ਪੰਕਤੀਆਂ ਦੀ ਵਿਆਖਿਆ ਇਹ ਪੰਕਤੀਆਂ ਕਰ ਰਹੀਆਂ ਨੇ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿੰਨਾ ਚਿਰ ਮੈਂ ਹੰਕਾਰ ਹਉਮੈ ਚੁੱਕੀ ਫਿਰਦਾ ਸੀ। ਵੇਖੋ ਕਿਸੇ ਦੀ ਕੋਈ ਨਿੱਜੀ ਜ਼ਿੰਦਗੀ ਹੈ। ਭਗਤ ਫਰੀਦ ਸਾਹਿਬ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ, ਸਿਰ ਨੀਵਾ ਕਰ ਦੇਖ। ਕਿਹੜੇ ਸਿਰ ਦੀ ਗੱਲ ਹੋ ਰਹੀ ਹੈ? ਇਸ ਸਿਰ ਦੀ ਨਹੀਂ ਗੱਲ ਹੋ ਰਹੀ। ਭਗਤ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ, ਲਤੀਫ ਦੇ ਅਰਥ ਨੇ ਬਿਲਕੁਲ ਬਾਰੀਕ, ਸਮਝਦਾਰ। ਜੇ ਤੂੰ ਬਿਰਤੀ ਦਾ ਮਾਲਕ ਹੈ ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਕਾਲੇ ਲਿਖ ਤੋਂ ਭਾਵ ਹੈ ਵੀ ਕਿਸੇ ਦੇ ਤੂੰ ਔਗਣਾ ਵੱਲ ਨਾ ਵੇਖ। ਵੇਖੋ ਜਦੋਂ ਆਪਾਂ ਕਿਸੇ ਨੂੰ ਤੱਕਦੇ ਆ ਨਾ, ਜਦੋਂ ਉਹਦੇ ਕੱਪੜਿਆਂ ਵੱਲ ਆਪਾਂ ਵੇਖਦੇ ਆ, ਤਨ ਤੇ ਪਾਏ ਹੋਏ ਕੱਪੜਿਆਂ ਨੂੰ ਜਦੋਂ ਆਪਾਂ ਤੱਕਦੇ ਆ ਤਾਂ ਆਪਾਂ ਨੂੰ ਕੇਵਲ ਉਹਦੇ ਕੱਪੜੇ, ਬਸਤਰ ਆਦਿਕ ਰੂਪ ਹੀ ਨਜ਼ਰ ਆਉਂਦਾ ਹੈ। ਪਰ ਜਦੋਂ ਬੰਦਾ ਬੜੀ ਗਹਿਰਾਈ ਦੇ ਵਿੱਚ ਜਾ ਕੇ ਕਿਸੇ ਦੇ ਘਰ ਜਾ ਕੇ ਜਾਂ ਮਿਲਦਿਆਂ ਉਹਦੀ ਪਰਸਨਲੀ ਜ਼ਿੰਦਗੀ ਦੇ ਵਿੱਚ ਜਦੋਂ ਬੰਦਾ ਝਾਤ ਮਾਰਦਾ ਤਾਂ ਜਿਹੜਾ ਬੰਦੇ ਕੋਲ ਆਪਣਾ ਜੀਵਨ ਹੁੰਦਾ ਨਾ ਉਹ ਵੀ ਜਾਂਦਾ ਰਹਿੰਦਾ। ਕਿਉਂ? ਕਿਉਂਕਿ ਭਗਤ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਕਾਲੇ ਲਿਖ ਤੋਂ ਭਾਵ ਹੈ ਵੀ ਕਿਸੇ ਦੇ ਔਗਣਾ ਦੇ ਵੱਲ ਤੂੰ ਝਾਤੀ ਨਾ ਮਾਰ। ਪਰ ਇਹ ਵੀ ਨਹੀਂ ਜੇ ਕੋਈ ਔਗਣ ਜਾਂ ਗਲਤੀ ਕਰਦਾ ਵੀ ਅੱਖਾਂ ਬੰਦ ਕਰ ਲੈਣੀਆਂ ਕਬੂਤਰ ਵਾਂਗੂ, ਨਹੀਂ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਤੇ ਭਗਤ ਫਰੀਦ ਸਾਹਿਬ ਜੀ ਕਹਿੰਦੇ ਪਹਿਲੀ ਗੱਲ ਕਿਸੇ ਦੇ ਔਗਣ ਨਾ ਵੇਖ, ਪਰ ਜੇ ਕਿਸੇ ਵਿੱਚ ਔਗਣ ਹਨ ਤਾਂ ਉਸ ਬੰਦੇ ਨੂੰ ਔਗਣਾ ਤੋਂ ਜਾਣੂ ਕਰਵਾਉਣਾ ਵੀ ਸਾਡਾ ਫਰਜ਼ ਬਣਦਾ। ਇਹ ਸਿੱਖੀ ਹੈ। ਭਗਤ ਜੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ। ਗਿਰੀਵਾਨ ਤੋਂ ਭਾਵ ਹੈ ਵੀ ਆਪਣੇ ਔਗਣਾ ਵੱਲ ਜਦੋਂ ਤੂੰ ਝਾਤੀ ਮਾਰੇਗਾ, ਸਿਰ ਨੀਵਾ ਕਰ ਦੇਖ। ਆਪਣੀ ਹਉਮੈ ਹੰਕਾਰ ਨੂੰ ਤਿਆਗ ਕੇ ਨਿਮਰਤਾ ਵਿੱਚ ਆ ਕੇ ਜਦੋਂ ਤੱਕੇਗਾ, ਫਿਰ ਤੈਨੂੰ ਤੇਰੇ ਔਗਣ ਬਹੁਤੇ ਵਿਖਾਈ ਦੇਣਗੇ, ਫਿਰ ਤੈਨੂੰ ਦੂਜੇ ਦੇ ਔਗਣ ਨਹੀਂ। ਇੱਥੇ ਭਗਤ ਰਵਿਦਾਸ ਸਾਹਿਬ ਜੀ ਜ਼ਿਕਰ ਕਰਦੇ ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜਿੰਨਾ ਚਿਰ ਮੈਂ ਸੀ ਤੂੰ ਨਹੀਂ ਪ੍ਰਗਟ ਹੋਇਆ, ਹੁਣ ਤੂੰ ਪ੍ਰਗਟ ਹੋ ਗਿਆ ਤੇ ਵਿੱਚੋਂ ਮੇਰੇ ਮਾਲਕ ਜੀ ਮੈਂ ਖਤਮ ਹੋ ਗਈ। ਹੁਣ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਕਿੱਦਾਂ? ਅਨਲ ਅਗਮ ਜੈਸੇ ਲਹਿਰ ਮੈਂ ਓਦਦ। ਅਨਲ ਦੇ ਅਰਥ ਨੇ ਹਵਾ। ਜਿਸ ਤਰ੍ਹਾਂ ਇੱਕ ਸਮੁੰਦਰ ਦੇ ਵਿੱਚ ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਜਿਵੇਂ ਸਮੁੰਦਰ ਵਿੱਚ ਤੂਫਾਨ ਲਹਿਰਾਂ ਚੱਲਦੀਆਂ ਨੇ, ਕੋਈ ਬੰਦਾ ਵੇਖਣ ਵਾਲਾ ਕਵੇ ਇੰਨਾ ਤੂਫਾਨ, ਇੰਨੀਆਂ ਲਹਿਰਾਂ। ਪਰ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨਹੀਂ, ਇਹ ਲਹਿਰਾਂ ਬਾਹਰੋਂ ਨਹੀਂ ਆਈਆਂ, ਇਹ ਲਹਿਰਾਂ ਸਮੁੰਦਰ ਪਾਣੀ ਦਾ ਹੀ ਰੂਪ ਹਨ ਤੇ ਇਹਨਾਂ ਨੇ ਪਾਣੀ ਦੇ ਵਿੱਚ ਹੀ, ਇਸ ਪਾਣੀ ਨੇ ਮਿਕਸ ਹੋ ਜਾਣਾ, ਮਿਲ ਜਾਣਾ। ਇਸੇ ਤਰ੍ਹਾਂ ਆ ਜਿਹੜੇ ਜੀਵ, ਜਿਹੜੀ ਸਮੁੱਚੀ ਕਾਇਨਾਤ ਵਿਖਾਈ ਦੇ ਰਹੀ ਹੈ, ਇਹ ਕਹਿੰਦੇ ਉਸ ਮਾਲਕ ਵਾਹਿਗੁਰੂ ਤੋਂ ਵੱਖਰੀ ਨਹੀਂ, ਇਹ ਉਸੇ ਦਾ ਹੀ ਰੂਪ ਹਨ। ਬੇਨਤੀ ਕਰਦਾ ਜਾਵਾਂ, ਜਿਸ ਸਮੇਂ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ,
ਵੇਖੋ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਿਆ ਸੀ, ਪਿਛਲੇ ਦਿਨੀ ਬੇਨਤੀ ਕੀਤੀ 1919 ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਿਆ, ਤਾਂ ਉਹਨਾਂ ਸਮਿਆਂ ਦੇ ਵਿੱਚ ਦਰਬਾਰ ਸਾਹਿਬ ਦੀ ਜਿਹੜੀ ਪਾਵਨ ਧਰਤੀ ਹੈ ਉੱਥੇ ਮਹੰਤ ਕਾਬਜ ਸਨ। ਤੇ ਜਦੋਂ ਜਿਹੜੇ ਜਰਨਲ ਡਾਇਰ ਨੇ ਉਹਨਾਂ ਨਿਹੱਥੇ ਭਾਰਤੀਆਂ ਤੇ ਬੱਚਿਆਂ ਤੇ ਗੋਲੀਆਂ ਦੀ ਬੁਛਾੜ ਕੀਤੀ ਸੀ, ਤੇ ਸਮਾਂ ਜਦੋਂ ਬਤੀਤ ਹੋਇਆ ਨਾ, ਤਾਂ ਉਹਨਾਂ ਮਹੰਤਾਂ ਨੇ ਹੀ ਫਿਰ ਉਸ ਜਰਨਲ ਡਾਇਰ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਆਪਾਂ ਇੱਥੇ ਹੀ ਗੱਲ ਛੱਡ ਕੇ ਅੱਗੇ ਲੰਘ ਜਾਂਦੇ ਆ ਕਿ ਅੱਜ ਉਹ ਨਹੀਂ ਹੋ ਰਿਹਾ। ਚਲੋ ਉਦੋਂ ਤਾਂ ਜਰਨਲ ਡਾਇਰ ਨੂੰ ਮਹੰਤਾਂ ਨੇ ਸਰੋਪੇ ਦਿੱਤੇ ਸਨ, ਅੱਜ ਵੀ ਤੇ ਬਿਲਕੁਲ ਸੇਮ ਉਦਾਂ ਹੀ ਹੋ ਰਿਹਾ ਹੈ। ਜਿਨ੍ਹਾਂ ਨੇ ਬੇਅੰਤ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਗਿਆ, ਕਿਉਂਕਿ ਉਦੋਂ ਜਿਹੜੇ ਅੰਗਰੇਜ਼ ਸਨ ਉਦੋਂ ਉਹ ਆਪਣੇ ਨਾਲ ਮਹੰਤਾਂ ਨੂੰ ਰੱਖਦੇ ਸਨ, ਤੇ ਜਿਹੜੀਆਂ ਅੱਜ ਦੀਆਂ ਸਰਕਾਰਾਂ ਹਨ ਉਹ ਅੱਜ ਦੇ ਦੇਹਧਾਰੀ ਬਾਬੇ ਤੇ ਡੇਰਾਵਾਦ ਨੂੰ ਨਾਲ ਲੈ ਕੇ ਚੱਲਦੇ ਨੇ। ਕੇਵਲ ਤੇ ਕੇਵਲ ਇਹ ਗੁਰੂ ਪਿਆਰਿਓ, ਕੇਵਲ ਤੇ ਕੇਵਲ ਬਾਹਰਲੀ ਰੂਪ ਰੇਖਾ ਬਦਲੀ ਹੈ, ਪਰ ਸੇਮ ਬਿਲਕੁਲ ਉਦਾਂ ਹੀ ਚੱਲ ਰਿਹਾ ਹੈ। ਜਰਨਲ ਡਾਇਰ ਨੂੰ ਸਰੋਪਾ ਉਹਨਾਂ ਮਹੰਤਾਂ ਨੇ ਦਿੱਤਾ, ਸਨਮਾਨਿਤ ਕੀਤਾ ਗਿਆ। ਜਲਿਆਂਵਾਲੇ ਬਾਗ ਦਾ ਸਾਕਾ ਵਾਪਰਿਆ 1940 ਦੇ ਵਿੱਚ ਜਾ ਕੇ ਫਿਰ ਸਰਦਾਰ ਊਧਮ ਸਿੰਘ ਜੀ ਸੁਨਾਮ ਨੇ ਲੰਡਨ ਦੀ ਧਰਤੀ ਤੇ ਜਾ ਕੇ ਉਹ ਬਦਲਾ ਲਿਆ। 20 ਸਾਲਾਂ ਤੱਕ 20-21 ਸਾਲ ਕੋਈ ਥੋੜੇ ਨਹੀਂ ਹੁੰਦੇ, ਪਰ ਕਹਿੰਦੇ ਉਸ ਯੋਧੇ ਨੇ ਉਹ ਭਾਜੀ ਵਾਪਸ ਮੋੜ ਦਿੱਤੀ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਉਸ ਤੋਂ ਬਾਅਦ ਜਿਵੇਂ ਜਿਵੇਂ ਇਹਨਾਂ ਧਾਰਮਿਕ ਸਥਾਨਾਂ ਤੇ ਗੁਰਦੁਆਰਿਆਂ ਦੇ ਉੱਪਰ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਵੀ ਕਈ ਦਫਾ ਮਾਹੌਲ ਜਿੱਦਾਂ ਦਾ ਹੁੰਦਾ ਹੈ ਨਾ, ਤੇ ਕਈ ਦਫਾ ਗੁਰੂ ਦੀ ਗੱਲ ਜੇ ਇਤਿਹਾਸ ਉਸ ਸਮੇਂ ਮੌਕੇ ਤੇ ਆ ਜੇ ਤੇ ਬੰਦਾ ਕਈ ਦਫਾ ਨੂੰ ਆਪਣੇ ਤੇ ਢੁਕਾ ਲੈਂਦਾ ਹੈ। ਕਈ ਦਫਾ ਆਪਣਾ ਕਿਸੇ ਨਾਲ ਲੜਾਈ ਝਗੜਾ ਹੋ ਕੇ ਹਟਿਆ ਹੋਵੇ ਨਾ, ਤੇ ਆਪਾਂ ਵੈਸੇ ਹੀ ਕਿਸੇ ਦੇ ਕੋਲ ਖਲੋਤੇ ਹੋਣ ਤੇ ਮੇਰੇ ਮਨ ਵਿੱਚ ਪਤਾ ਕੀ ਆਏਗਾ, ਸ਼ਾਇਦ ਉਹ ਮੇਰੀਆਂ ਹੀ ਗੱਲਾਂ ਕਰਦੇ ਹੋਣਗੇ, ਕਿਉਂਕਿ ਜੋ ਅੰਦਰ ਚੱਲਦਾ ਉਹ ਬੰਦਾ ਬਾਹਰੋਂ ਨਾਲ ਦੀ ਨਾਲ ਕੈਚ ਕਰ ਲੈਂਦਾ ਵੀ ਸ਼ਾਇਦ ਐਦਾਂ ਹੀ ਆ। ਪਰ ਬੇਨਤੀ ਮੈਂ ਕਰਨ ਲੱਗਾ ਸਾਂ, ਜਿਸ ਸਮੇਂ ਜਲਿਆਂਵਾਲੇ ਬਾਗ ਦਾ ਇਹ ਸਾਕਾ ਵਾਪਰਿਆ, ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ ਧਾਰਮਿਕ ਸਾਡੇ ਅਸਥਾਨ ਸਨ ਉਹਨਾਂ ਦੇ ਉੱਪਰ ਫਿਰ ਮਹੰਤਾਂ ਦੇ ਕਬਜ਼ੇ ਸ਼ੁਰੂ ਹੋ ਗਏ। ਇੱਕ ਤੇ ਤਰਨਤਾਰਨ ਸਾਹਿਬ ਦੀ ਧਰਤੀ ਤੇ ਦਰਬਾਰ ਸਾਹਿਬ ਵਿਖੇ, ਮੁਕਤਸਰ ਦੀ ਧਰਤੀ ਆਦਿਕ ਜੈਤੋ ਦਾ ਮੋਰਚਾ ਲੱਗਿਆ। ਕਦੀ ਆਪਾਂ ਪੜ੍ਹ ਕੇ ਵੇਖੀ ਵੀ ਕੁਰਬਾਨੀਆਂ ਕਿੰਨੀਆਂ ਕੀਤੀਆਂ ਗਈਆਂ। ਪਰ ਕਹਿੰਦੇ ਜਦੋਂ 1900 ਸਾਕਾ ਇਹ ਨਨਕਾਣਾ ਸਾਹਿਬ ਦਾ ਵਾਪਰਿਆ ਨਾ, ਕਰਤਾਰ ਸਿੰਘ ਝੱਬਰ ਤੇ ਲਛਮਣ ਸਿੰਘ ਧਾਰੋਵਾਲ ਵਰਗੇ ਇਹਨਾਂ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ, ਤੇ 1922 ਵਿੱਚ 8 ਅਗਸਤ 1922 ਦੇ ਵਿੱਚ ਅੰਮ੍ਰਿਤਸਰ ਤੋਂ ਜਦੋਂ ਆਪਾਂ ਕਈ ਸੱਜਣ ਉਸ ਇਲਾਕੇ ਦੇ ਇੱਥੇ ਬੈਠੇ ਨੇ, ਅੰਮ੍ਰਿਤਸਰ ਤੋਂ 13 ਕੁ ਮੀਲ ਦੀ ਦੂਰੀ ਤੇ ਜਦੋਂ ਆਪਾਂ ਅਜਨਾਲੇ ਨੂੰ ਜਾਂਦੇ ਆ, ਤੇ ਇੱਕ ਸਾਈਡ ਤੇ ਇੱਕ ਨਗਰ ਪੈਂਦਾ ਪਿੰਡ ਘੂਕਿਆਂ ਵਾਲੀ। ਇਹ 5ਵੇਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ 9ਵੇਂ ਗੁਰਦੇਵ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਚਰਨ ਛੋਹ ਧਰਤੀ ਹੈ। ਤੋਂ ਇੱਥੇ ਗੁਰੂ ਸਾਹਿਬਾਨਾਂ ਨੇ ਕਿਰਪਾ ਕੀਤੀ। ਸਵਾਲ ਪੈਦਾ ਹੁੰਦਾ ਵੀ ਗੁਰੂ ਕਾ ਬਾਗ ਕਿਉਂ ਆਖਿਆ ਜਾਂਦਾ ਹੈ? ਦਰਅਸਲ ਇੱਥੇ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀ ਕੁਦਰਤ ਹੈ ਨਾ, ਪ੍ਰਕਿਰਤੀ ਹੈ, ਉਹਦੇ ਨਾਲ ਸਾਡੇ ਗੁਰੂ ਸਾਹਿਬ ਬੜਾ ਪਿਆਰ ਕਰਦੇ ਸਨ। ਇਹ ਵੇਖੋ ਆਪਾਂ ਚਲੋ ਗੋਰਿਆਂ ਦੇ ਬਾਬਤ ਉਦੋਂ ਦੀਆਂ ਗੱਲਾਂ ਕਰਦੇ ਆ, ਮੈਂ ਕਹਿੰਦਾ ਇਹ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਕੁਦਰਤ ਦੇ ਮੁਤਾਬਕ ਆਹ ਮੁਲਕ ਜ਼ਿਆਦੇ ਚੱਲਦੇ ਨੇ। ਵੇਖੋ ਆਲੇ ਦੁਆਲੇ ਕਿੰਨੇ ਦਰਖਤ ਨੇ, ਕਿੰਨੀ ਕੁਦਰਤ ਲਹਿਰਾਉਂਦੀ ਪਈ ਹੈ। ਤੇ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਮੇਰੇ ਵਰਗੇ ਨੇ ਮਕਾਨ ਜਾਂ ਕਿਸੇ ਨੇ ਘਰ ਬਣਾਉਣਾ ਹੋਵੇ ਨਾ, ਉਹ ਕਹਿੰਦਾ ਨਹੀਂ ਆਹ ਦਰਖਤ ਨਿੰਮ ਬੋੜ ਲੱਗਿਆ ਨਾ, ਇਹਨੂੰ ਪੱਟ ਕੇ ਸੁੱਟ ਦੋ, ਕਹਿੰਦੇ ਕੋਠੀ ਪਿੰਡ ਵਾਲਿਆਂ ਨੂੰ ਦੀਂਦੀ ਕੋਈ ਨਹੀਂ। ਉਹ ਆਪਣਾ ਘਰ ਵਿਖਾਉਣ ਲਈ ਅੱਗੋਂ ਦਰਖਤ ਆਦਿਕ ਸਾਰੇ ਮਲੀਆਂ ਮੇਟ ਕਰ ਦਿੱਤੇ ਜਾਂਦੇ ਨੇ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਫੁੱਲ ਪੌਦੇ ਵੱਡੇ ਵੱਡੇ ਬਾਗ ਲਵਾਏ। ਕੀਰਤਪੁਰ ਸਾਹਿਬ ਤੱਕੋ ਉੱਥੇ ਬਾਗ ਲਵਾਏ, ਭਾਵ ਕੁਦਰਤ ਨਾਲ ਉਹ ਪਿਆਰ ਕਰਦੇ ਸਨ। ਪਟਨਾ ਸਾਹਿਬ ਜਾਓ ਤੁਸੀਂ, ਉੱਥੇ ਵੀ ਗੁਰੂ ਕਾ ਬਾਗ ਗੁਰਦੁਆਰਾ ਬਣਿਆ। ਇਹਨੂੰ ਗੁਰੂ ਕਾ ਬਾਗ ਪਿੰਡ ਘੂਕਿਆਂ ਵਾਲੀ ਵਿੱਚ ਹੈ ਜਿਹੜਾ ਨਗਰ, ਇਹਨੂੰ ਤਾਂ ਆਖਿਆ ਜਾਂਦਾ ਸੀ। ਇੱਥੇ ਵੀ ਗੁਰੂ ਸਾਹਿਬ ਕੁਦਰਤ ਨਾਲ ਬੜਾ ਪਿਆਰ ਕਰਦੇ ਨੇ। ਸਮਾਂ ਆਪਣੀ ਚਾਲੇ ਤੁਰਦਾ ਤੇ ਇਸ ਘੂਕਿਆਂ ਵਾਲੀ ਪਿੰਡ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਨਾ, ਗੁਰੂ ਦੀ ਯਾਦ ਵਿੱਚ ਗੁਰੂ ਕਾ ਬਾਗ, ਇਹਦੇ ਨਾਲ ਜ਼ਮੀਨ ਜਾਇਦਾਦ ਕਾਫੀ ਸੀ, ਜ਼ਮੀਨ ਕਾਫੀ ਸੀ। ਪਰ ਕਹਿੰਦੇ ਜਿਹੜਾ ਮਹੰਤ ਸੁੰਦਰਦਾਸ ਸੀ ਨਾ, ਉਹ 1921 ਦਾ ਜਿਹੜਾ ਸਾਕਾ ਵਾਪਰਿਆ ਸੀ, ਨਰੈਣੂ ਮਹੰਤ ਨੂੰ ਤਾਂ ਸਜ਼ਾ ਮਿਲ ਚੁੱਕੀ ਸੀ, ਪਰ ਇਹਨੇ ਸਮਾਂ ਬਚਾ ਕੇ ਉਦੋਂ ਕਰਤਾਰ ਸਿੰਘ ਝੱਬਰ
ਤੇ ਹੋਰ ਜਿਹੜੇ ਦਾਨ ਸਿੰਘ ਵਿਛੋਆ ਉਹਨਾਂ ਤੋਂ ਇਹਨੇ ਮਾਫੀ ਮੰਗ ਲਈ। ਸੰਗਤ ਵਿੱਚ ਖਲੋ ਕੇ ਮਾਫੀ ਮੰਗ ਲਈ ਕਿ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ, ਅੱਗੇ ਤੋਂ ਮੈਂ ਐਦਾਂ ਕੁਝ ਨਹੀਂ ਕਰਾਂਗਾ। ਵੇਖੋ, ਜੇ ਸੰਗਤ ਵਿੱਚ ਕੋਈ ਮਾਫੀ ਮੰਗ ਲੇ, ਸੰਗਤ ਨੇ ਇਹਨੂੰ ਮਾਫ ਕਰ ਦਿੱਤਾ। ਪਰ ਇਹ ਜਿਹੜਾ ਸੁੰਦਰਦਾਸ ਮਹੰਤ ਸੀ ਨਾ, ਇਹ ਚਲਾਕ ਬਹੁਤ ਸੀ। ਇਹ ਉਦੋਂ ਤਾਂ ਕੁਝ ਸਮਾਂ ਸਾਲ ਭਰ ਚੁੱਪਚਾਪ ਰਿਹਾ, ਸੰਗਤ ਨੇ ਇਹਨੂੰ ਮਾਫ ਕਰ ਦਿੱਤਾ। ਤੇ ਜਿਹੜਾ ਗੁਰਦੁਆਰਾ ਸੀ ਨਾ ਗੁਰੂ ਕਾ ਬਾਗ, ਉਹਦਾ ਇਹਦੇ ਕੋਲ ਕਬਜ਼ਾ ਰਿਹਾ। ਇਹ ਤੋਂ ਲਿਖਤੀ ਰੂਪ ਵਿੱਚ ਮਾਫੀ ਮੰਗ ਲਈ। ਇਹ ਕਹਿੰਦਾ ਮੈਂ ਅੰਮ੍ਰਿਤ ਵੀ ਛਕ ਲਾਂਗਾ। ਇਤਿਹਾਸ ਕਹਿੰਦਾ ਨੇ ਅੰਮ੍ਰਿਤ ਛਕ ਲਿਆ। ਇਹਦੇ ਨਾਲ ਜਿਹੜੀ ਇੱਕ ਇਸਤਰੀ ਸੀ ਨਾ, ਉਹਦਾ ਨਾਂ ਸੀ ਈਸ਼ਰੀ ਕਰਕੇ, ਉਹਨੇ ਅੰਮ੍ਰਿਤ ਛਕਿਆ। ਉਹਦਾ ਨਾਮ ਗਿਆਨ ਕੌਰ ਰੱਖਿਆ। ਮਹੰਤ ਸੁੰਦਰਦਾਸ ਨੇ ਆਪਣਾ ਨਾਮ ਜੋਗਿੰਦਰ ਸਿੰਘ ਰੱਖ ਲਿਆ ਸੀ। ਪਰ ਇਹ ਕੁਝ ਸਮਾਂ ਉੱਥੇ ਰਿਹਾ, ਚੁੱਪਚਾਪ ਟਿਕਿਆ ਰਿਹਾ, ਬੋਲਿਆ ਨਹੀਂ। ਪਰ ਕੁਝ ਸਮਾਂ ਜਦੋਂ ਬਤੀਤ ਹੋਇਆ ਨਾ, ਤਾਂ ਮਹੰਤ ਦੇ ਅੰਦਰਲਾ ਜਿਹੜਾ ਸ਼ੈਤਾਨ ਸੀ, ਅੰਮ੍ਰਿਤ ਨੇ ਭਾਵੇਂ ਛਕ ਲਿਆ, ਭਾਵੇਂ ਸਿੱਖੀ ਸਰੂਪ ਵਿੱਚ ਆ ਗਿਆ, ਪਰ ਜਿਹੜਾ ਅੰਦਰ ਇਹਦੇ ਸ਼ੈਤਾਨ ਸੀ ਉਹ ਫਿਰ ਜਾਗ ਪਿਆ। ਤੇ ਮਹੰਤ ਸੁੰਦਰਦਾਸ ਫਿਰ ਆਪਣੀ ਮਹੰਤੀ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਮਹੰਤ ਹਾਂ ਇੱਥੋਂ ਦਾ। ਪਰ ਕਹਿੰਦੇ ਉਸ ਸਮੇਂ ਦੇ SSBT ਆਫੀਸਰ ਦੇ ਨਾਲ ਕਹਿੰਦੇ ਇਹ ਰਲ ਗਿਆ। ਇੱਕ ਹੋਰ ਬੇਨਤੀ ਕਰਾਂ, ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਇਹਨਾਂ ਪਖੰਡੀਆਂ ਦੀ ਪਿੱਠ ਥਾਪੜ ਕੇ ਰੱਖਦੀਆਂ ਨੇ। 1978 ਦੇ ਵਿੱਚ ਨਿਰੰਕਾਰੀ ਗੁਰਬਚਨੇ ਦੀ ਪਿੱਠ ਮੌਜੂਦਾ ਉਹਨਾਂ ਸਮਿਆਂ ਦੀ ਸਰਕਾਰ ਨੇ ਥਾਪੜੀ ਸੀ। ਤੇ ਤਾਂ ਹੀ ਉਹ 13 ਅਪ੍ਰੈਲ 1978 ਵਿੱਚ ਤੁਸੀਂ ਵੇਖਦੇ ਹੋ ਅੰਮ੍ਰਿਤਸਰ ਦੀ ਧਰਤੀ ਤੇ ਵਿਸਾਖੀ ਦਾ ਦਿਹਾੜਾ ਮਨਾਇਆ ਜਾ ਰਿਹਾ ਸੀ। ਤੇ ਇਹ ਉਸ ਸਮੇਂ ਚੰਬਲ ਕੇ ਉੱਥੇ ਬੋਲਦਾ ਸੀ। ਕਿਉਂਕਿ ਇਹਨੂੰ ਸ਼ਹਿ ਮਿਲੀ ਸੀ। ਸ਼ਹਿ ਦੇ ਆਧਾਰ ਤੇ ਹੀ ਇਹਨੂੰ ਤਕਰੀਬਨ ਲਗਭਗ ਲਿਖਣ ਵਾਲੇ ਕਹਿੰਦੇ 78 ਇਹਨੂੰ ਬਾਡੀਗਾਰਡ ਇਹਨੂੰ ਮੁਹੱਈਆ ਕਰਵਾਏ ਗਏ। ਸੁਰੱਖਿਆ ਜੱਟ ਆਦਿ ਪੂਰੀ ਫੋਰਸ ਦਿੱਤੀ ਗਈ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਧੂਆਂਧਾਰ ਜਿਹੜਾ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਤੇ ਉਹਦੇ ਵਿੱਚ ਰੁਕਾਵਟ ਕੇਵਲ ਇਹੀ ਪਾ ਸਕਦਾ ਹੈ। ਖੈਰ, ਜਿਹੜਾ ਮਹੰਤ ਸੁੰਦਰਦਾਸ ਸੀ ਨਾ, ਇਹਦੇ ਅੰਦਰਲਾ ਸ਼ੈਤਾਨ ਜਾਗਿਆ। ਇਹਨੇ SSBT ਆਫੀਸਰ ਦੇ ਨਾਲ ਮਿਲ ਕੇ ਕਹਿੰਦੇ ਉਸ ਸਮੇਂ ਫਿਰ ਇਹਨੇ ਆਪਣੀ ਕਾਰਵਾਈ ਸ਼ੁਰੂ ਕੀਤੀ। ਪਰ ਉਸੇ ਗੁਰਦੁਆਰੇ ਦੇ ਵਿੱਚ 5 ਗੁਰਸਿੱਖ ਪਿਆਰੇ ਕਹਿੰਦੇ ਉਹ ਲੰਗਰ ਦੇ ਵਾਸਤੇ ਲੱਕੜਾਂ ਵੱਢਣ ਗਏ। ਲੱਕੜਾਂ ਕਿਸੇ ਬਗਾਨੀ ਜ਼ਮੀਨ ਵਿੱਚੋਂ ਨਹੀਂ, ਜੰਗਲ ਦੀ ਨਿਆਈ ਉੱਥੇ ਸਾਰਾ ਉਹ ਬਣਿਆ ਹੋਇਆ ਸੀ। ਤੇ ਉਹਦੇ ਵਿੱਚੋਂ ਲੱਕੜਾਂ ਵੱਢੀਆਂ, ਪੰਡਾਂ ਭਰੀਆਂ ਵੀ ਚਲੋ ਕੁਝ ਸੰਗਤ ਅੱਗ ਬਾਲੇਗੀ, ਸੰਗਤ ਸੇਕ ਲਏਗੀ, ਕੁਝ ਪ੍ਰਸ਼ਾਦਾ ਪਾਣੀ ਤਿਆਰ ਹੋਵੇਗਾ। ਪਰ ਮਹੰਤ ਸੁੰਦਰਦਾਸ ਨੇ ਉਸੇ ਸਮੇਂ SSBT ਆਫੀਸਰ ਗੋਰੇ ਨਾਲ ਰਲ ਕੇ ਇਹਨਾਂ ਪੰਜਾਂ ਦੇ ਉੱਪਰ ਕੇਸ ਦਰਜ ਕਰਵਾ ਕੇ 50-50 ਰੁਪਏ ਜੁਰਮਾਨਾ ਕਰਵਾ ਕੇ ਇਹਨਾਂ 5 ਗੁਰਸਿੱਖਾਂ ਨੂੰ 6-6 ਮਹੀਨਿਆਂ ਦੀ ਸਜ਼ਾ ਸੁਣਾ ਦਿੱਤੀ ਗਈ। ਇਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉਸ ਦਿਨ ਤੋਂ ਫਿਰ ਕਹਿੰਦੇ ਇਹ ਗੁਰੂ ਕੇ ਬਾਗ ਦਾ ਜਿਹੜਾ ਮੋਰਚਾ ਸੀ ਆਰੰਭ ਹੋ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਵਾਜ਼ ਉੱਠਦੀ ਸੀ। ਅੱਜ ਆਪਾਂ ਕਹਿੰਦੇ ਹਾਂ ਨਾ ਵੀ ਅਕਾਲ ਤਖਤ ਸਾਹਿਬ ਨੂੰ ਖਤਰਾ ਹੈ, ਅਕਾਲ ਤਖਤ ਸਾਹਿਬ ਨੂੰ ਖਤਰਾ ਨਹੀਂ। ਅਕਾਲ ਤਖਤ ਸਾਹਿਬ ਨੂੰ ਕੋਈ ਖਤਰਾ ਨਹੀਂ। ਜਿਹੜਾ ਹੈ ਹੀ ਅਕਾਲ ਦਾ ਤਖਤ, ਉਹਨੂੰ ਕੀ ਖਤਰਾ ਹੋ ਸਕਦਾ ਹੈ? ਖਤਰਾ ਹੈ ਇਹਨਾਂ ਲੋਕਾਂ ਨੂੰ। ਇਹ ਅਕਾਲ ਦਾ ਨਾਮ ਲੈ ਕੇ, ਤਖਤ ਦਾ ਨਾਮ ਲੈ ਕੇ ਇਹਨਾਂ ਲੋਕਾਂ ਨੂੰ ਆਪਣੀਆਂ ਕੁਰਸੀਆਂ ਦਾ ਖਤਰਾ ਹੈ। ਉਹ ਜਥੇਦਾਰਾਂ ਬਾਰੇ ਸਾਰੀਆਂ ਰਿਪੋਰਟਾਂ ਤੁਸੀਂ ਪੜ੍ਹਦੇ ਵੀ ਆਈ ਚੁੱਕੀਆਂ ਨੇ ਵੀ ਕਿਵੇਂ ਆਪ ਹੀ ਪੁਸ਼ਾਕ ਬਣਾ ਕੇ ਦਿੰਦੇ ਨੇ ਤੇ ਆਪ ਹੀ ਕਹਿੰਦੇ ਉਹ ਸਾਰੀ ਕਾਰਵਾਈ ਕਰਦੇ ਨੇ, ਆਪ ਹੀ ਬਾਅਦ ਵਿੱਚ ਮਾਫ ਕਰ ਦਿੰਦੇ ਨੇ। ਤੇ ਫਿਰ ਆਪ ਹੀ ਸਾਡੇ ਕਿੰਨੇ ਨੌਜਵਾਨ ਇਸ ਜ਼ੁਲਮ ਦੇ ਸ਼ਿਕਾਰ ਹੋ ਜਾਂਦੇ ਨੇ। ਖੈਰ, ਜਿਹੜਾ ਮਹੰਤ ਸੁੰਦਰਦਾਸ ਸੀ ਨਾ, ਇਹਨੇ ਫਿਰ ਉਹਨਾਂ ਸਿੰਘਾਂ ਤੇ ਪਰਚਾ ਦਰਜ ਕਰਵਾਇਆ। ਫਿਰ 5-5 ਸਿੰਘਾਂ ਦਾ ਜਥਾ ਜਾਂਦਾ, 5-500 ਸਿੰਘਾਂ ਦਾ ਵੀ ਜਥਾ ਜਾਂਦਾ। ਇੱਥੋਂ ਤੱਕ SSBT ਜਿਹੜਾ ਆਫੀਸਰ ਸੀ ਨਾ, ਉਹਨੇ ਫਿਰ ਕਹਿੰਦੇ ਭਰ ਕੇ ਬੱਸਾਂ ਸਿੰਘਾਂ ਦੀਆਂ ਅਟਕ ਜੇਲ੍ਹ ਦੇ ਵੱਲ ਕਹਿੰਦੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਇਧਰੋਂ ਸਰਦਾਰ ਕਰਮ ਸਿੰਘ ਜੀ ਤੇ ਸਰਦਾਰ ਪ੍ਰਤਾਪ ਸਿੰਘ ਜੀ ਕੈਰੋਂ ਕਹਿੰਦੇ ਉਹ ਜਦੋਂ ਇਧਰ ਗੁਰੂ ਕੇ ਬਾਗ ਦਾ ਮੋਰਚਾ ਸ਼ੁਰੂ ਹੋ ਗਿਆ ਨਾ, ਤਾਂ ਪੰਜਾ ਸਾਹਿਬ ਦੇ ਵਿੱਚ ਦੀ ਕਹਿੰਦੇ ਉਹ ਸਿੰਘਾਂ ਦੀ ਖਿਮਾ ਕਰਨੀ, ਉਹ ਟ੍ਰੇਨ ਜਾਣੀ ਸੀ। ਟ੍ਰੇਨ ਦੇ ਵਿੱਚ ਅੱਜ ਵੀ ਤੁਸੀਂ ਇੱਕ ਤਸਵੀਰ ਵੇਖਦੇ ਹੋ ਨਾ ਗੁਰੂ ਕੇ ਬਾਗ ਦੇ ਮੋਰਚੇ ਦੀ, ਕਹਿੰਦੇ ਉਹਦੇ ਵਿੱਚ ਸਿੰਘਾਂ ਨੇ ਜਾਣਾ ਸੀ। ਪਰ ਜਿਹੜੇ ਇਹ 2 ਸਿੱਖ ਸਨ, ਇਹਨਾਂ ਨੇ ਨਾਲ ਦੀਆਂ ਸੰਗਤਾਂ ਨੂੰ ਇਕੱਤਰ ਕੀਤਾ। ਕਹਿਣ ਲੱਗੇ ਭਾਈ ਆਪਾਂ ਹੋਰ ਤਾਂ ਨਹੀਂ ਕੁਝ ਕਰਨ ਜੋਗੇ। ਕਹਿੰਦੇ ਇੰਨੇ ਸਮੇਂ ਤੋਂ ਭੁੱਖਣ ਪਾਣੇ ਸਿੰਘ ਜਿਹੜੇ ਗੁਰੂ ਕੇ ਬਾਗ ਦੇ ਮੋਰਚੇ ਵਾਸਤੇ ਗੁਰੂ ਕੇ ਅਸਥਾਨਾਂ ਨੂੰ ਆਜ਼ਾਦ ਕਰਾਉਣ ਦੇ ਲਈ ਆਪਣਾ ਆਪ ਨਿਸ਼ਾਵਰ ਕਰ ਰਹੇ ਨੇ,
ਚਲੋ ਇਹਨਾਂ ਸਿੰਘਾਂ ਨੂੰ ਆਪਾਂ ਲੰਗਰ ਪ੍ਰਸ਼ਾਦਾ ਪਾਣੀ ਛਕਾਉਣਾ ਸੰਗਤ ਨੂੰ। ਉਧਰੋਂ ਟ੍ਰੇਨ ਭਰ ਕੇ ਕਹਿੰਦੇ ਜਦੋਂ ਆ ਰਹੀ ਹੈ ਪੰਜਾ ਸਾਹਿਬ ਦੇ ਲਾਗੇ ਆ ਗਈ। ਫੋਟੋ ਤੁਸੀਂ ਅੱਜ ਵੀ ਵੇਖੀ ਹੋਵੇਗੀ, ਕਿਉਂਕਿ ਉਹ ਜਦੋਂ ਦੇਖਿਆ ਨਾ ਵੀ ਸੰਗਤ ਦੀ ਟ੍ਰੇਨ ਭਰ ਕੇ ਆ ਰਹੀ ਹੈ, ਉਹ ਜਿਹੜੇ ਮੋਰਚਾ ਲਾਉਣ ਵਾਲੇ ਭੁੱਖਣ ਭਾਣੇ ਕਈ ਸਮੇਂ ਤੋਂ, ਕਹਿੰਦੇ ਇਹ ਸਾਰੇ ਜਾ ਕੇ ਸਭ ਤੋਂ ਪਹਿਲੋਂ ਪ੍ਰਤਾਪ ਸਿੰਘ ਕਰਮ ਸਿੰਘ ਜਲੰਧਰ ਦੇ ਵਸਨੀਕ ਸਨ। ਇਹਨਾਂ ਦੇ ਘਰੋਂ ਬੀਬੀ ਉਹਨੇ ਖੁਦ ਆਪ ਇਹ ਗੱਲ ਬਿਆਨ ਕੀਤੀ ਹੈ। ਕਹਿੰਦੇ ਜਦੋਂ ਉਧਰੋਂ ਟ੍ਰੇਨ ਆਉਣੀ ਸ਼ੁਰੂ ਹੋ ਗਈ ਨਾ, ਤਾਂ ਉਹਨੇ ਜਿਹੜਾ ਟ੍ਰੇਨ ਚਲਾਉਣ ਵਾਲਾ ਜਿਹੜਾ ਹੈ, ਉਹਨੇ ਫਿਰ ਨਾਲ ਦੀ ਨਾਲ ਇਹ ਐਲਾਨੀਆ ਗੱਲ ਕਹੀ, ਕਹਿਣ ਲੱਗਾ ਇਹ ਟ੍ਰੇਨ ਰੁਕਣੀ ਨਹੀਂ, ਕਿਸੇ ਨੂੰ ਕੋਈ ਵੀ ਲੰਗਰ ਪ੍ਰਸ਼ਾਦਾ ਇਹ ਨਹੀਂ ਤੁਸੀਂ ਛਕਾ ਸਕਦੇ, ਸਰਕਾਰ ਦਾ ਮੈਨੂੰ ਹੁਕਮ ਹੈ, ਮੈਂ ਟ੍ਰੇਨ ਰੋਕ ਨਹੀਂ ਸਕਦਾ। ਕਹਿੰਦੇ ਉਹਨੇ ਟ੍ਰੇਨ ਨਾ ਰੋਕਣ ਦਾ ਧੱਈਆ ਕਰ ਲਿਆ, ਪਰ ਇਹਨਾਂ ਸੰਗਤਾਂ ਨੇ ਪ੍ਰਸ਼ਾਦਾ ਛਕਾਉਣ ਦਾ ਧੱਈਆ ਕਰ ਲਿਆ। ਇਹ ਕਹਿੰਦੇ ਅਸੀਂ ਅਰਦਾਸ ਕਰ ਚੁੱਕੇ ਹਾਂ, ਅਸੀਂ ਇਹਨਾਂ ਸਿੰਘਾਂ ਨੂੰ ਪ੍ਰਸ਼ਾਦਾ ਜ਼ਰੂਰ ਛਕਾਉਣਾ ਹੈ। ਕਹਿੰਦੇ ਸਭ ਤੋਂ ਪਹਿਲਾਂ ਟ੍ਰੇਨ ਦੇ ਅੱਗੇ ਬੈਠਾ ਪ੍ਰਤਾਪ ਸਿੰਘ, ਦੂਜੇ ਨੰਬਰ ਤੇ ਕਹਿੰਦੇ ਫਿਰ ਭਾਈ ਕਰਮ ਸਿੰਘ ਤੇ ਸਾਰੀਆਂ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕੀਤਾ। ਜਿਉਂ ਹੀ ਟ੍ਰੇਨ, ਕੋਈ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਸਤਨਾਮ ਵਾਹਿਗੁਰੂ ਦਾ ਜਾਪ ਕਰੇ ਤੇ ਟ੍ਰੇਨ ਕਿੱਦਾਂ ਰੁਕੇਗੀ। ਕਹਿੰਦੇ ਭਾਈ ਕਰਮ ਸਿੰਘ ਜੀ ਦੇ ਘਰੋਂ ਬੀਬੀ ਹਰਨਾਮ ਕੌਰ ਉਹ ਖੁਦ ਲਿਖ ਕੇ ਗਈ ਹੈ, ਕਹਿੰਦੀ ਮੈਂ ਉਸ ਸਮੇਂ ਮੌਜੂਦਾ ਉੱਥੇ ਸਾਂ। ਕਹਿੰਦੇ ਟ੍ਰੇਨ ਰੁਕੀ, ਕਹਿੰਦੇ ਭਾਈ ਪ੍ਰਤਾਪ ਸਿੰਘ ਦਾ ਜਿਹੜਾ ਜਵਾੜਾ ਟੁੱਟ ਗਿਆ ਸੀ, ਭੱਜ ਕੇ ਜਦੋਂ ਉਹਦੇ ਵੱਲ ਜਾਣ ਲੱਗੇ ਤਾਂ ਉਹ ਕਹਿਣ ਲੱਗਾ ਨਹੀਂ ਮੇਰੇ ਵੱਲ ਨਾ ਆਓ, ਜਿਸ ਮਕਸਦ ਦੇ ਵਾਸਤੇ ਆਪਾਂ ਗੁਰੂ ਕੇ ਬਾਗ ਦਾ ਇਹ ਮੋਰਚਾ ਲਾਇਆ ਕੇਵਲ ਤੁਸੀਂ ਮੇਰੀ ਦੇਖਭਾਲ ਕਰਨ ਲੱਗ ਜਾਓ, ਮਤਾ ਇਹ ਹੋਵੇ ਕਹਿੰਦੇ ਟ੍ਰੇਨ ਅੱਗੇ ਲੰਘ ਜੇ ਤੇ ਇਹ ਗੁਰੂ ਕਾ ਲੰਗਰ ਕਹਿੰਦੇ ਇੱਥੇ ਇਦਾਂ ਹੀ ਰਹਿ ਜੇ ਤੇ ਸਿੰਘ ਭੁੱਖਣ ਭਾਣੇ ਕਹਿੰਦੇ ਅਟਕ ਜੇਲ੍ਹਾਂ ਦੇ ਵਿੱਚ ਚਲੇ ਜਾਣ। ਉਹ ਕਹਿੰਦਾ ਮੈਨੂੰ ਤੁਸੀਂ ਛੱਡ ਦਿਓ। ਕਹਿੰਦੇ ਪ੍ਰਤਾਪ ਸਿੰਘ ਇੱਕ ਪਾਸੇ ਰਿਹਾ, ਜਪਜੀ ਸਾਹਿਬ ਦਾ ਲਿਖਣ ਵਾਲੇ ਵਿਦਵਾਨ ਕਹਿੰਦੇ ਨੇ ਉਹਨੇ ਪਾਠ ਸ਼ੁਰੂ ਕੀਤਾ ਤੇ ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ ਨਾਨਕ ਤੇ ਮੁਖੂਜਲੇ ਕੀਤੀ ਛੁੱਟੀ ਨਾਲ ਕਹਿੰਦੇ ਉਹ ਸ਼ਹੀਦੀ ਜਾਮ ਪੀ ਗਿਆ। ਉਸ ਤੋਂ ਬਾਅਦ ਕਹਿੰਦੇ ਉਹ ਸਾਰੀ ਟ੍ਰੇਨ ਦੇ ਵਿੱਚ ਜਿੰਨੇ ਵੀ ਕੈਦੀ ਸਿੱਖ ਮੋਰਚਾ ਲਾਉਣ ਵਾਲੇ ਨੇ ਕਹਿੰਦੇ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਪਾਣੀ ਛਕਾਇਆ ਗਿਆ। ਗੁਰੂ ਕੇ ਬਾਗ ਦਾ ਮੋਰਚਾ ਹੁਣ ਸਮਾਂ ਨਹੀਂ, ਕਾਫੀ ਲੰਬਾ ਇਹ ਇਤਿਹਾਸ ਹੈ। ਮੈਂ ਬੇਨਤੀ ਇਹ ਕਰਨ ਲੱਗਾ ਸਾਂ ਕਿ ਮਹੰਤ ਸੁੰਦਰਦਾਸ ਗੋਰੀ ਸਰਕਾਰ ਦੇ ਨਾਲ ਮਿਲ ਕੇ ਸਿੰਘਾਂ ਦੇ ਉੱਪਰ ਜ਼ੁਲਮ ਤੇ ਅਤਿਆਚਾਰ ਸ਼ੁਰੂ ਹੋ ਗਏ, ਪਰ ਕਹਿੰਦੇ ਮਹੰਤ ਸੁੰਦਰਦਾਸ ਨੇ ਆਪਣਾ ਜਿਹੜਾ ਕਰਮ ਕਾਂਡ ਗੁਰਦੁਆਰਿਆਂ ਦੇ ਉੱਪਰ ਲਾਗੂ ਕੀਤਾ ਸੀ। ਜਿਹੜੀ ਗੁਰੂ ਦੀ ਮੱਤ ਸੀ, ਜਿਹੜੀ ਮਰਜ਼ਾਦਾ ਸੀ, ਉਹਨੂੰ ਇੱਕ ਬੰਨੇ ਕਰ ਦਿੱਤਾ ਗਿਆ। ਅਖੀਰ ਕਹਿੰਦੇ ਫਿਰ ਰਾਏ ਸਰ ਗੰਗਾ ਰਾਮ ਨੂੰ ਵਿੱਚ ਪਾਇਆ ਗਿਆ ਤੇ ਰਾਏ ਸਰ ਜਿਹੜਾ ਗੰਗਾ ਰਾਮ ਸੀ ਨਾ, ਉਹਨੇ ਫਿਰ ਉਸ ਵਕਤ ਮਹੰਤ ਸੁੰਦਰਦਾਸ ਤੋਂ ਜਿਹੜੀ ਜ਼ਮੀਨ ਸੀ ਠੇਕੇ ਤੇ ਲੈ ਕੇ ਲਿਖਤੀ ਰੂਪ ਦੇ ਵਿੱਚ ਇਹਦੇ ਤੋਂ ਸਾਈਨ ਕਰਵਾ ਲਏ ਗਏ। ਉਸ ਤੋਂ ਬਾਅਦ ਫਿਰ ਮਹੰਤ ਸੁੰਦਰਦਾਸ ਨੇ ਸੰਗਤਾਂ ਤੋਂ ਸਾਰਿਆਂ ਤੋਂ ਮਾਫੀ ਮੰਗੀ। ਇਸ ਤਰ੍ਹਾਂ ਮੇਰੇ ਕਹਿਣ ਤੋਂ ਭਾਵ ਹੈ ਵੀ ਜਿਹੜੇ ਗੁਰੂ ਘਰਾਂ ਵਿੱਚ ਅੱਜ ਆਪਾਂ ਭਾਵੇਂ ਇੱਥੇ ਬੈਠੇ ਆ ਜਾਂ ਪੰਜਾਬ ਦੀ ਧਰਤੀ ਤੇ ਜਿੰਨੇ ਵੀ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਹੈ ਨਾ, ਇਹ ਸ਼ਹੀਦਾਂ ਦੀ ਜਮਾਤ ਦੇ ਵਿੱਚੋਂ ਪੈਦਾ ਹੋਈ ਹੈ, ਸ਼ਹੀਦੀਆਂ ਹੋਈਆਂ ਨੇ ਤਾਂ ਇਹ ਸ਼੍ਰੋਮਣੀ ਕਮੇਟੀ ਸਾਡੇ ਸਾਹਮਣੇ ਆਈ ਹੈ। ਤੇ ਅੱਜ ਉਹ ਉਸੇ ਹੀ ਸ਼੍ਰੋਮਣੀ ਕਮੇਟੀ ਦੇ ਉੱਪਰ ਕਿਹੜੇ ਬੰਦੇ ਕਾਬਜ ਨੇ। ਆ ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਦੋਂ ਪੱਤਰਕਾਰ ਪੁੱਛਦੇ ਨੇ ਵੀ ਆ ਜਿਹੜਾ ਬਿਆਨ ਮੋਦੀ ਨੇ ਦਿੱਤਾ ਹੈ ਤੁਹਾਡੇ ਬਾਪੂ ਨੇ, ਕਹਿੰਦੇ ਆ ਮੰਦਿਰ ਦੇ ਬਾਰੇ ਉਹਦੇ ਬਾਰੇ ਦੱਸੋਗੇ, ਤੇ ਉਹ ਤੁਸੀਂ ਵੇਖਿਆ ਹੀ ਆ ਆਉਂ ਜੇ ਕਰਕੇ ਇੱਕ ਪਾਸੇ ਹੋ ਗਿਆ, ਕਹਿੰਦਾ ਮੈਨੂੰ ਤਾਂ ਪਤਾ ਨਹੀਂ। ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਤੈਨੂੰ ਪਤਾ ਹੀ ਨਹੀਂ, ਤੂੰ ਗੁਰਦੁਆਰੇ ਦਾ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਦਾ, ਤੈਨੂੰ ਸੰਗਤ ਨੇ ਜ਼ਿੰਮੇਵਾਰੀ ਦਿੱਤੀ ਹੈ ਤੇ ਤੇਰਾ ਕੋਈ ਬੂਥਾ ਦੇਖਣ ਵਾਸਤੇ ਥੋੜੀ ਤੈਨੂੰ ਜ਼ਿੰਮੇਵਾਰੀ ਦਿੱਤੀ ਹੈ, ਤੂੰ ਜਵਾਬ ਦੇ ਕਿ ਉਹਨੇ ਜੋ ਆਖਿਆ ਉਹਨੇ ਗਲਤ ਆਖਿਆ। ਪਰ ਜੇ ਉਹ ਸਹੀ ਕਹੇਗਾ, ਉਹਨੂੰ ਪਤਾ ਹੈ ਕਿ ਦੂਜੇ ਦਿਨ ਇਹਨਾਂ ਨੇ ਮੈਨੂੰ ਘਰ ਤੋਰ ਦੇਣਾ ਹੈ। ਪਰ ਕਹਿੰਦੇ ਜੇ ਆਪਾਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਸ਼ਹੀਦਾਂ ਨੇ ਮਹਾਨ ਸ਼ਹੀਦੀਆਂ ਸ਼ਹਾਦਤਾਂ ਤਾਂ ਦੇ ਦਿੱਤੀਆਂ, ਪਰ ਕਹਿੰਦੇ ਉਹ ਆਪਣੇ ਸੱਚ ਤੋਂ ਇੱਕ ਪਾਸੇ ਨਹੀਂ ਹੋਏ, ਭਾਵ ਉਹਨਾਂ ਨੇ ਕਦੇ ਵੀ ਸਮਝੌਤਾ ਨਹੀਂ ਕੀਤਾ। ਖੈਰ ਕਾਫੀ ਬੁਲਾਰੇ ਨੇ, ਮੈਂ ਸਮਾਂ ਜ਼ਿਆਦਾ ਲੈ ਗਿਆ। ਅਖੀਰ ਦੇ ਵਿੱਚ ਭਗਤ ਰਵਿਦਾਸ ਸਾਹਿਬ ਜੀ ਕਿਰਪਾ ਕਰਦੇ ਨੇ, ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ। ਨਰਪਤ ਇੱਕ ਰਾਜਾ ਕੋਈ ਵੀ ਹੈ, ਪਰ ਇੱਥੇ ਉਦਾਹਰਨ ਦਿੱਤੀ ਹੈ ਰਾਜੇ ਦੀ। ਮੰਨ ਲਓ ਰਾਜੇ ਨੂੰ ਰਾਤ ਨੂੰ ਇੱਕ ਸੁਪਨਾ ਆ ਜੇ ਤੇ ਸੁਪਨੇ ਦੇ ਵਿੱਚ ਸੁਪਨਾ ਉਹਦਾ ਚੱਲ ਪਏ
ਤੇ ਸੁਪਨਾ ਕਿੱਦਾਂ ਆਇਆ, ਸੁਪਨੇ ਵਿੱਚ ਉਹ ਭਿਖਾਰੀ ਬਣ ਗਿਆ। ਨਰਪਤ ਏਕ ਸਿੰਘਾਸਨ ਸੋਇਆ, ਸਿੰਘਾਸਨ ਤੇ ਸੁੱਤੇ ਸੁਪਨਾ ਆ ਗਿਆ, ਬਣ ਗਿਆ ਭਿਖਾਰੀ। ਅਛਤ ਰਾਜ ਵਿਛਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਜਿਉਂ ਹੀ ਉਹਦਾ ਸੁਪਨਾ ਟੁੱਟਦਾ, ਸੁਪਨੇ ਵਿੱਚ ਉਹ ਮੰਗਤਾ ਭਿਖਾਰੀ ਹੈ, ਠੂਠਾ ਪਕੜਿਆ ਉਹਨੇ। ਪਰ ਜਿਉਂ ਹੀ ਸੁਪਨਾ ਖੁੱਲਦਾ ਉਹ ਕਹਿੰਦਾ ਮੈਂ ਤਾਂ ਰਾਜਾ ਸੀ ਤੇ ਤੂੰ ਤਾਂ ਭਿਖਾਰੀ ਹੈ ਹੀ ਨਹੀਂ। ਗੱਲ ਰਾਜੇ ਤੇ ਭਿਖਾਰੀ ਦੀ ਨਹੀਂ, ਗੱਲ ਹੋ ਰਹੀ ਹੈ ਸਾਡੀ ਤੇ ਤੁਹਾਡੀ। ਉਹ ਸਿੱਖੋ, ਹੈ ਤਾਂ ਤੁਸੀਂ ਬਹੁਤ ਵੱਡੇ ਰਾਜੇ ਸੀ, ਤੁਸੀਂ ਰਾਜੇ ਜੇ, ਪਰ ਕਹਿੰਦੇ ਸਾਡੀ ਹਾਲਤ ਉਹ ਸੁਪਨੇ ਦੇ ਵਿੱਚ ਉਸ ਰਾਜੇ ਤੇ ਭਿਖਾਰੀ ਵਾਲੀ ਬਣੀ ਹੈ। ਉਸ ਰਾਜੇ ਵਾਲੀ ਹਾਲਤ ਸਾਡੀ ਬਣੀ ਹੈ। ਜਿਵੇਂ ਉਹ ਰਾਜੇ ਨੂੰ ਸੁਪਨਾ ਆਇਆ, ਆਪਣੇ ਆਪ ਨੂੰ ਭਿਖਾਰੀ ਸਮਝਦਾ ਹੈ, ਇਦਾਂ ਅਸੀਂ ਹਾਂ ਤਾਂ ਰਾਜੇ। ਸਾਡੇ ਬਜ਼ੁਰਗਾਂ ਨੇ, ਸਾਡੇ ਸ਼ਹੀਦਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਨੇ, ਪਰ ਅਸੀਂ ਭਿਖਾਰੀ ਬਣ ਕੇ ਲੀਡਰਾਂ ਦੀਆਂ ਚੱਪਲਾਂ ਚੱਟਦੇ ਹਾਂ। ਅਸੀਂ ਲੀਡਰਾਂ ਦੇ ਅੱਗੇ ਜਾ ਕੇ ਮਿੰਨਤਾਂ ਕਰਦੇ ਹਾਂ, ਅਸੀਂ ਆਪ ਭਿਖਾਰੀ ਬਣੇ ਹਾਂ। ਭਗਤ ਜੀ ਕਹਿੰਦੇ ਅਛਤ, ਅਛਤ ਦੇ ਅਰਥ ਹੁੰਦੇ ਨੇ ਸਭ ਕੁਝ ਹੁੰਦਿਆਂ ਸੁਣਦਿਆਂ। ਅਛਤ ਰਾਜ ਵਿਛਰਤ ਦੁਖ ਪਾਇਆ, ਜਿਵੇਂ ਰਾਜੇ ਦੇ ਕੋਲ ਰਾਜ ਭਾਗ ਸੀ, ਸੁਪਨੇ ਵਿੱਚ ਵਿਛੜ ਗਿਆ ਤੇ ਉਹ ਦੁਖੀ ਹੋਇਆ। ਇਹੀ ਹਾਲਤ ਸਾਡੀ ਹੈ ਕਿ ਸਭ ਕੁਝ ਸਾਡੇ ਕੋਲ ਹੈ, ਗੁਰੂ ਦੇ ਸ਼ਬਦ ਤੇ ਸਿਧਾਂਤ ਨਾਲੋਂ ਅਸੀਂ ਟੁੱਟੇ ਹਾਂ, ਤਾਂ ਹੀ ਅਸੀਂ ਭੜਕ ਰਹੇ ਹਾਂ, ਤਾਂ ਹੀ ਅਸੀਂ ਦੁਖੀ ਹੋ ਰਹੇ ਹਾਂ। ਅਛਤ ਰਾਜ ਵਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਗਤ ਦੇ ਅਰਥ ਨੇ ਹਾਲਤ ਸਾਡੀ ਬਿਲਕੁਲ ਉਸ ਰਾਜੇ ਵਾਲੀ ਬਣ ਗਈ ਹੈ। ਰਾਜ ਪੁਯੰਗ ਪ੍ਰਸੰਗ ਜੈਸੇ ਹੈ, ਅਬ ਕਸ਼ ਮਰਮ ਜਨਾਇਆ। ਇੱਥੇ ਰਾਜ ਦੇ ਅਰਥ ਨੇ ਰਜੂ, ਤੇ ਰਜੂ ਦੇ ਅਰਥ ਹੁੰਦੇ ਨੇ ਰੱਸੀ। ਭਯੰਗ ਦੇ ਅਰਥ ਨੇ ਸੱਪ। ਜਿੱਦਾਂ ਵਿਹੜੇ ਦੇ ਵਿੱਚ ਪਈ ਰੱਸੀ, ਸ਼ਾਮ ਦਾ ਵਕਤ ਹੋ ਜੇ, ਜਿਹਨੂੰ ਆਪਾਂ ਕਹਿੰਦੇ ਮੂੰਹ ਹਨੇਰਾ ਹੋ ਗਿਆ, ਤਾਂ ਰੱਸੀ ਪਈ ਹੋਵੇ ਤੇ ਕਈ ਦਫਾ ਆਪਾਂ ਡਰਦੇ ਨੇੜੇ ਨਹੀਂ ਲੱਗਦੇ, ਸੋਚਦੇ ਹਾਂ ਸੱਪ ਹੈ। ਤੇ ਜਦੋਂ ਲਾਈਟ ਜਗਾਉਣੇ ਆ, ਜਦੋਂ ਸਵੇਰ ਹੁੰਦੀ ਹੈ, ਆਪਾਂ ਫਿਰ ਸਾਰੇ ਕਹਿੰਦੇ ਨਹੀਂ ਇਹ ਤਾਂ ਰੱਸੀ ਸੀ, ਆਪਾਂ ਤਾਂ ਰਾਤ ਨੂੰ ਐਵੇਂ ਡਰੀ ਗਏ। ਇਹੀ ਗੱਲ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਸ਼ ਮਰਮ ਜਨਾਇਆ। ਜਿਵੇਂ ਸੱਪ ਤੇ ਰੱਸੀ ਦਾ ਸਾਨੂੰ ਪਤਾ ਨਹੀਂ ਸੀ, ਅਸੀਂ ਭੁਲੇਖੇ ਵਿੱਚ ਹਾਂ। ਭਗਤ ਜੀ ਕਹਿੰਦੇ ਇਹ ਪ੍ਰਮਾਤਮਾ, ਮੈਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ, ਅਸੀਂ ਹਾਂ ਤਾਂ ਤੇਰਾ ਹੀ ਰੂਪ, ਪਰ ਹੁਣ ਤੂੰ ਕਿਰਪਾ ਕੀਤੀ ਆ। ਮਰਮ ਜਨਾਇਆ ਦੇ ਅਰਥ ਨੇ ਮੈਨੂੰ ਜਾਣੂ ਕਰਵਾ ਦਿੱਤਾ ਹੈ। ਅਨੇਕ ਕਟਕ ਜੈਸੇ ਭੂਲ ਭਰੇ, ਅਬ ਕਹਤੇ ਕਹਿਨ ਨਾ ਆਇਆ। ਅਨੇਕ ਕਟਕ ਭਾਵ ਅਨੇਕਾਂ ਕਟਕ ਮੈਨੇ ਸੋਨਾ। ਸੋਨੇ ਤੇ ਸੋਨੇ ਦੇ ਗਹਿਣਿਆਂ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ। ਸੋਨੇ ਦਾ ਮੁੱਲ ਇੱਕੋ ਹੀ ਹੁੰਦਾ, ਭਾਵੇਂ ਉਹਦੀਆਂ ਤੁਸੀਂ ਇੰਜ ਕਹਿ ਲਓ ਕੋਈ ਚੈਨੀ ਮੁੰਦਰੀ ਬਣਾ ਲੇ, ਕੋਈ ਟੌਪਸ ਬਣਾ ਲੇ, ਸੋਨੇ ਦਾ ਕਦੀ ਵੀ ਤੁਸੀਂ ਵੇਖ ਲਓ ਮੁੱਲ ਨਹੀਂ ਘਟੇਗਾ, ਇੱਕੋ ਹੀ ਰਹੇਗਾ। ਇੱਥੇ ਭਗਤ ਜੀ ਗੱਲ ਸੋਨੇ ਦੀ ਨਹੀਂ, ਗੱਲ ਕਰਦੇ ਨੇ ਆਪਣੀ। ਕਹਿੰਦੇ ਅਨੇਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਨ ਨਾ ਆਇਆ। ਜਿਵੇਂ ਕੋਈ ਸੋਨੇ ਤੇ ਸੋਨੇ ਦੇ ਕੜੇ ਤੇ ਕੰਗਣਾ ਦੇ ਵਿੱਚ ਫਰਕ ਸਮਝ ਲਵੇ, ਪਰ ਕਹਿੰਦੇ ਉਹਦੇ ਵਿੱਚ ਕੋਈ ਵੀ ਫਰਕ ਨਹੀਂ ਹੈ। ਅਬ ਕਹਤੇ ਕਹਿਨ ਨਾ ਆਇਆ। ਰੱਬ ਜੀ ਮੈਨੂੰ ਇਹ ਗੱਲ ਹੁਣ ਕਹਿਣੀ ਨਹੀਂ ਬਣਦੀ। ਜਿਵੇਂ ਸੋਨੇ ਤੇ ਸੋਨੇ ਦੇ ਕੰਗਣ ਵਿੱਚ ਫਰਕ ਨਹੀਂ, ਇਦਾਂ ਹੀ ਤੇਰੇ ਤੇ ਤੇਰੀ ਸਾਜੀ ਹੋਈ ਕਾਇਨਾਤ ਦੇ ਵਿੱਚ ਕੋਈ ਫਰਕ ਨਹੀਂ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਕਹਿ ਰਵਿਦਾਸ ਹੱਥ ਪੈਨੇ ਰਹਿ, ਸਹਿਜੇ ਹੋਏ ਸੋ ਹੋਈ। ਕਹਿੰਦੇ ਸਰਬੇ ਏਕ, ਸਾਰੀ ਕਾਇਨਾਤ ਦੇ ਵਿੱਚ ਸਭ ਇੱਕ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਭ ਦੇ ਵਿੱਚ ਉਹ ਸੁਆਮੀ ਅਨੇਕਾਂ ਰੂਪ ਦੇ ਵਿੱਚ ਸਮਾਇਆ ਹੋਇਆ ਹੈ। ਸਭ ਦੇ ਦਿਲਾਂ ਦੀ ਉਹ ਜਾਣਦਾ ਹੈ, ਸਭ ਦਿਲਾਂ ਦੇ ਵਿੱਚ ਉਹੀ ਆਨੰਦ ਲੈ ਰਿਹਾ ਹੈ, ਉਹ ਹਰੀ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਕਹੇ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਉਹ ਤਾਂ ਕਹਿੰਦੇ ਬੰਦਿਆ ਤੂੰ ਚਿੰਤਾ ਨਾ ਕਰ, ਉਹ ਤਾਂ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਉਹ ਮਾਲਕ ਜੇ ਤੂੰ ਉਹਨੂੰ ਸਮਝੇ, ਉਹ ਹਮੇਸ਼ਾ ਤੇਰੇ ਅੰਗ ਸੰਗ ਹੈ। ਉਹ ਪ੍ਰਮਾਤਮਾ ਕੀ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣਾ ਕੀ ਹੈ? ਅਕਾਲ ਪੁਰਖ ਵਾਹਿਗੁਰੂ ਅੱਜ ਤੱਕ ਕਿਸੇ ਨੂੰ ਮਿਲਿਆ? ਕਿਸੇ ਨੂੰ ਨਹੀਂ ਮਿਲਿਆ। ਨਾ ਹੀ ਤੁਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਆਕਾਰ ਰੂਪ ਦੇ ਵਿੱਚ ਲੱਭ ਸਕਦੇ ਹੋ। ਉਹਦੇ ਗੁਣਾਂ ਨੂੰ, ਬਾਣੀ ਨੂੰ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ, ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਬਤੀਤ ਕਰਨੀ,
ਔਗਣਾਂ ਨੂੰ ਤਿਆਗਣਾ, ਗੁਰੂ ਦੇ ਗੁਣਾਂ ਨੂੰ ਜੀਵਨ ਦੇ ਵਿੱਚ ਲਿਆਉਣਾ, ਬਾਣੀ ਮੁਤਾਬਕ ਜ਼ਿੰਦਗੀ ਬਤੀਤ ਕਰਨੀ, ਤੇ ਮੇਰੇ ਖਿਆਲ 'ਚ ਇਹੀ ਰੱਬ ਨੂੰ ਮਿਲਣਾ ਹੈ। ਰੱਬੀ ਗੁਣ ਹੀ ਰੱਬ ਦਾ ਰੂਪ ਹਨ। ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਕਿਰਪਾ ਕਰਨ। ਸੋ ਸਾਰੀਆਂ ਸਟਾਕਟਨ ਦੀਆਂ ਸਿੱਖ ਸੰਗਤਾਂ ਦੇ ਵੱਲੋਂ ਅੱਜ ਰਲ ਮਿਲ ਕੇ ਜੋ ਕਿ ਗੁਰੂ ਕੇ ਬਾਗ ਦਾ ਮੋਰਚਾ, ਇਹ ਵੀ ਸ਼ਹੀਦੀ ਦਿਹਾੜਾ ਵਿੱਚ ਆਇਆ ਸੀ, ਔਰ ਨਾਲ ਹੀ ਕੌਮ ਦੇ ਮਹਾਨ ਸ਼ਹੀਦ ਮੌਜੂਦਾ ਸਮੇਂ ਦੇ ਵਿੱਚ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਬੱਬਰ, ਜਿਨ੍ਹਾਂ ਨੇ ਬਹੁਤ ਵੱਡੀ ਮਹਾਨ, ਜਿਨ੍ਹਾਂ ਦੀ ਕੁਰਬਾਨੀ ਹੈ, ਔਰ ਨਾਲ ਹੀ ਸਾਰੀਆਂ ਸੰਗਤਾਂ ਦੇ ਵੱਲੋਂ ਖਾਲਿਸਤਾਨ ਦੇ ਐਲਾਨ ਦੇ ਬਾਰੇ, ਖਾਲਿਸਤਾਨ ਦੀ ਜੋ ਮਨ ਦੇ ਵਿੱਚ ਇੱਛਾ ਰੁਚੀ, ਉਹਦੇ ਸੰਬੰਧ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਸਾਰੀਆਂ ਸੰਗਤਾਂ ਦੇ ਵੱਲੋਂ ਉਲੀਕਿਆ ਗਿਆ ਹੈ। ਬਾਕੀ ਜਿਹੜਾ ਰਹਿੰਦਾ ਪ੍ਰੋਗਰਾਮ ਹੈ, ਸੋ ਆਓ ਆਪਾਂ ਵੀਰ ਅਮਰਜੀਤ ਸਿੰਘ ਜੀ ਤੋਂ ਸ਼ਰਵਣ ਕਰਾਂਗੇ ਜੀ। ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सूरा सो पहचानी है जो लरे दीन के हेत, पुरजा पुरजा कट मरे कबू न छाड़े खेत। गुरु प्यारी साध संगत जी, वाहिगुरू जी का खालसा, वाहिगुरू जी की फतेह। बहुत बहुत धन्यवाद है भाई साहब भाई गुरसेवक सिंह जी होना दा, जिन्होंने गुरु पातशाह